ਕੈਸੀ ਤੇਰੀ ਰਚਨਾ ਮਾਲਕ ਇਹ ਨਾ ਦੋ ਹੱਥਾਂ ਦੀ ਹੀ ਕੀਤੀ ਕਾਰੀ ਗੱਲ ਬਣਦੀ ਸੱਥਾਂ ਦੀ। ਇੱਕ ਨੰਨੀ ਜਾਨ ਨੂੰ ਦੁਨੀਆ ਤੇ ਦੋ ਹੱਥ ਹੀ ਲਿਆਉਂਦੇ ਨੇ ਤੇ ਦੋ ਹੱਥ ਹੀ ਕਿਵੇਂ ਕਿਸੇ ਨੂੰ ਜਾਨੋਂ ਮਾਰ ਮਕਾਉਂਦੇ ਨੇ। ਇੱਕ ਹੱਥ ਜੋ ਛੂਬਣ ਮਿੱਟੀ ਉਹਨੂੰ ਸੋਨਾ ਕਰ ਦਿੰਦੇ ਤੇ ਇੱਕ ਹੱਥ ਜੋ ਪਾਰਸ ਨੂੰ ਵੀ ਕੋਲਾ ਕਰ ਦਿੰਦੇ। ਕੋਈ ਵਰਤੇ ਇਹਨਾਂ ਹੱਥਾਂ ਨੂੰ ਕਿਸੇ ਪਾਕ ਇਜਾਦ ਲਈ ਤੇ ਇੱਕ ਹੱਥ ਜੋ ਵਰਤੇ ਜਾਂਦੇ ਸ਼ੁਰੂ ਕਰਾਉਣ ਫਸਾਦ ਲਈ। ਗਿੱਲ ਕਰਨ ਤੂੰ ਸੋਚ ਹੱਥ ਹੁਣ ਕਿਹੜੇ ਪਾਸੇ ਲਾਉਣੇ ਨੇ। ਦੇਣੇ ਚਾਹੁੰਦਾ ਏ ਜ਼ਖਮ ਨਵੇਂ ਜਾਂ ਲੱਗੇ ਜ਼ਖਮ ਮਿਟਾਉਣੇ ਨੇ। ਟੀਵੀ ਪ੍ਰੋਗਰਾਮ ਕਾਫਲਾ ਨਾਲ ਜੁੜ ਚੁੱਕੇ ਸਮੂਹ ਸਰੋਤਿਆਂ ਦਾ, ਦਰਸ਼ਕਾਂ ਦਾ ਹਾਰਦਿਕ ਤੇ ਨਿੱਘਾ ਸਵਾਗਤ ਮੇਰੇ ਵੱਲੋਂ, ਕਰਨ ਗਿੱਲ ਵੱਲੋਂ। ਅੱਜ ਦੇ ਸਾਡੇ ਪ੍ਰੋਗਰਾਮ ਸਮੇਂ ਦੀ ਗੱਲ ਵਿੱਚ ਆਪ ਸਭ ਦਾ ਨਿੱਘਾ ਸਵਾਗਤ। ਮੇਰੇ ਵੱਲੋਂ ਪਿਆਰ ਸਤਿਕਾਰ ਦੇ ਨਾਲ ਸਤਿ ਸ਼੍ਰੀ ਅਕਾਲ ਪ੍ਰਵਾਨ ਹੋਵੇ ਜੀ। ਸੋ ਅੱਜ ਜਨਵਰੀ ਦੀ 23 ਤਰੀਕ ਹੈ ਤੇ ਅਸੀਂ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਤੁਹਾਡੇ ਸਨਮੁਖ ਲੈ ਕੇ ਹਾਜ਼ਰ ਹੋਏ ਹਾਂ। ਉਮੀਦ ਕਰਦੇ ਹਾਂ ਜਿਵੇਂ ਤੁਸੀਂ ਪਿਛਲੇ ਵੀਕ ਦੇ ਪ੍ਰੋਗਰਾਮ ਨੂੰ ਕਾਫੀ ਸਰਾਹਿਆ ਤੇ ਆਪਣੇ ਕਮੈਂਟਸ, ਆਪਣੇ ਫੀਡਬੈਕ ਸਾਡੇ ਤੱਕ ਪਹੁੰਚਾਈਆਂ। ਉਮੀਦ ਕਰਦੇ ਹਾਂ ਕਿ ਅੱਗੇ ਤੋਂ ਵੀ ਤੁਸੀਂ ਪ੍ਰੋਗਰਾਮ ਦੇ ਨਾਲ ਇਸੇ ਤਰੀਕੇ ਨਾਲ ਜੁੜੇ ਰਹੋਗੇ ਔਰ ਤੁਸੀਂ ਆਪਣੇ ਸੁਝਾਅ ਸਾਡੇ ਤੱਕ ਪਹੁੰਚਦੇ ਕਰ ਸਕਦੇ ਹੋ। ਮੇਰਾ ਜਿਹੜਾ ਪਰਸਨਲ ਟੈਲੀਫੋਨ ਨੰਬਰ ਹੈ ਤੁਸੀਂ ਉਹਦੇ ਉੱਤੇ ਵੀ ਸਾਨੂੰ ਰੀਚ ਕਰ ਸਕਦੇ ਹੋ 9055985598 ਤੇ ਪਹਿਲਾਂ ਦੀ ਤਰ੍ਹਾਂ ਮੇਰੇ ਨਾਲ ਸਾਂਝ ਪਾਉਂਦੇ ਨੇ ਵੈਂਕੂਵਰ BC ਤੋਂ ਡਾਕਟਰ ਹਰਮਨ ਜੀ। ਸੋ ਪਹਿਲਾਂ ਪ੍ਰੋਗਰਾਮ ਦੇ ਵਿੱਚ ਜੋੜਦੇ ਹਾਂ ਉਹਨਾਂ ਨੂੰ ਆਪਣੇ ਨਾਲ ਤੇ ਕਰਦੇ ਹਾਂ ਉਹਨਾਂ ਦਾ ਸਵਾਗਤ। ਡਾਕਟਰ ਸਾਹਿਬ, ਸਾਰਿਆਂ ਤੋਂ ਪਹਿਲਾਂ ਤਾਂ ਸਾਡੇ ਸਾਰਿਆਂ ਵੱਲੋਂ ਤੁਹਾਨੂੰ ਪਿਆਰ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਕਰਨਵੀਰ ਜੀ ਤੇ ਸਾਰੇ ਸਰੋਤਿਆਂ ਨੂੰ ਬਹੁਤ ਸਾਰਾ ਪਿਆਰ ਸਤਿਕਾਰ ਜੀ। ਪਹਿਲਾਂ ਵੀ ਆਪਾਂ ਗੱਲ ਕਰਦੇ ਹੁੰਦੇ ਹਾਂ ਜਦੋਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹੁੰਦੇ ਹਾਂ ਕਿ ਮੌਸਮ ਦੀ ਥੋੜ੍ਹੀ ਜਿਹੀ ਆਪਾਂ ਗੱਲ ਕਰ ਲਈਏ ਕਿ ਕਿਸ ਤਰੀਕੇ ਦਾ ਤੁਹਾਡੀ ਸਾਈਡ ਮੌਸਮ ਹੈ, ਕਿਉਂਕਿ ਸਾਡੇ ਵਾਲੇ ਪਾਸੇ ਤਾਂ ਜਿਹੜੀ ਠੰਡ ਹੈ ਉਹਨੇ ਬੱਸ ਕਰਾਈ ਹੈ ਲੋਕਾਂ ਦੀ ਔਰ ਸਾਡੇ ਸਨੋ ਸਟਾਰਮ ਵੀ ਆ ਕੇ ਹਟਿਆ ਤੇ 2-3 ਦਿਨ ਤਾਂ ਬਹੁਤ ਜਿਹੜੀ ਜ਼ਿੰਦਗੀ ਹੈ ਨਾ ਕਿ ਬਿਲਕੁਲ ਹੀ ਬਹੁਤ ਸਾਰੇ ਲੋਕਾਂ ਤੋਂ ਕੰਮ ਤੇ ਨਹੀਂ ਜਾ ਹੋਇਆ ਜਾਂ ਟ੍ਰੈਫਿਕ ਕਰਕੇ ਹੋਰ ਕਈ ਵਜ੍ਹਾ ਬਣ ਗਈਆਂ। ਸੋ ਤੁਹਾਡੇ ਵੈਦਰ ਕਿੱਦਾਂ ਦਾ ਜੀ? ਗਿਲ ਸਾਹਿਬ, ਸਾਡੇ ਵੈਦਰ ਪਿਛਲੇ ਹਫਤੇ ਵਧੀਆ ਹੀ ਰਿਹਾ ਲਗਭਗ, ਤੇ ਬੱਦਲਬਾਈ ਭਾਵੇਂ ਰਹੀ, ਧੁੰਦ ਪੈ ਰਹੀ ਹੈ ਕੱਲ ਤੇ ਅੱਜ ਵੀ ਧੁੰਦ ਆ, ਫੌਗ ਐਡਵਾਈਜ਼ਰੀ ਹੈ, ਪਰ ਫਿਰ ਵੀ ਵਧੀਆ ਬਾਹਰ ਨਿਕਲ ਕੇ ਸੈਰ ਕੀਤੀ ਜਾ ਸਕਦੀ ਹੈ ਤੇ ਸੜਕਾਂ ਠੀਕ ਨੇ। ਮੈਂ ਦੇਖ ਰਿਹਾ ਸੀ ਤੁਹਾਡੇ ਵੱਲ ਤਾਂ ਬਹੁਤ ਜ਼ਿਆਦਾ ਬਰਫ਼ ਪਈ ਤੇ ਗੱਡੀਆਂ ਦਾ ਚੱਲਣਾ ਤੇ ਬਿਲਕੁਲ ਬੰਦ ਹੋਇਆ ਪਿਆ ਸੀ ਬਲਿਜ਼ਰਡ ਕਰਕੇ। ਬਿਲਕੁਲ ਜੀ, ਬਹੁਤ ਜ਼ਿਆਦਾ ਬੁਰੀ ਹਾਲਤ ਰਹੀ ਹੈ 2 ਦਿਨ ਈਵਨ ਤੱਕ ਕਿ ਹਾਈਵੇਜ਼ ਐਂਡ ਜਿਹੜੀਆਂ ਸਾਈਡ ਸਟਰੀਟਸ ਹੁੰਦੀਆਂ ਨੇ ਜਿੱਥੇ ਤਾਂ ਆਲਮੋਸਟ 2 ਦਿਨ ਲੱਗ ਗਏ ਉਹਨਾਂ ਨੂੰ ਸਾਫ਼ ਕਰਨ ਦੇ ਲਈ। ਸੋ ਉਹਦੇ ਵਿੱਚ ਪਹਿਲਾਂ ਇੰਨਾ ਨਹੀਂ ਸੀ ਮੰਨਿਆ ਜਾ ਰਿਹਾ ਕਿ ਐਡਾ ਵੱਡਾ ਸਟੋਰਮ ਹੋਊਗਾ ਇਹ, ਪਰ ਸਰਪ੍ਰਾਈਜ਼ ਇੱਕਦਮ ਸਾਰੇ ਹੋ ਗਏ ਕਿ ਇੱਕ ਤਰੀਕੇ ਦੇ ਨਾਲ ਜਿੱਦਾਂ 30 ਸੈਂਟੀਮੀਟਰ ਤੋਂ ਉੱਤੇ ਸਨੋਫਾਲ ਹੋਈ ਹੈ, ਕਾਫੀ ਜ਼ਿਆਦਾ ਸਨੋਫਾਲ ਹੋਈ ਹੈ। ਉਹਦੇ ਨਾਲ ਤਿਆਰੀ ਉਨੀ ਨਹੀਂ ਸੀ, ਉਹਦੇ ਕਰਕੇ ਫਿਰ ਬਹੁਤ ਸਾਰੀਆਂ ਸੜਕਾਂ ਈਵਨ ਅਗਲੇ ਦਿਨ ਵੀ ਖਾਲੀ ਰਹੀਆਂ ਕਿਉਂਕਿ ਲੋਕੀ ਘਰ ਦੇ ਫਿਰ ਡਰਦੇ ਘਰੋਂ ਬਾਹਰ ਨਹੀਂ ਨਿਕਲਦੇ। ਸੋ ਉਸ ਕਰਕੇ 2-3 ਦਿਨ ਬਹੁਤ ਔਖੇ ਨਿਕਲੇ, ਪਰ ਖੈਰ ਹੁਣ ਸਾਰਾ ਕੁਝ ਬੈਕ ਟੂ ਨੋਰਮਲ ਹੈ। ਪਰ ਜਿਹੜੀ ਠੰਡ ਦਾ ਪ੍ਰਕੋਪ ਹੈ ਉਹ ਉਸੇ ਤਰ੍ਹਾਂ ਜਾਰੀ ਹੈ, ਮਾਈਨਸ ਦੇ ਵਿੱਚ ਹੈ ਟੈਂਪਰੇਚਰ। ਸੋ ਇਹ ਤਾਂ ਜਦੋਂ ਆਪਾਂ ਹੁਣ ਇਹਨਾਂ ਮੁਲਕਾਂ 'ਚ ਆ ਜਾਂਦੇ ਹਾਂ ਇਹ ਤਾਂ ਹੁਣ ਪਾਰਟ ਆਫ ਲਾਈਫ ਬਣ ਜਾਂਦਾ ਹੈ ਕਿ ਸਮਰ ਦੇ ਵਿੱਚ ਸਾਡੇ ਫਿਰ ਗਰਮੀ ਵੀ ਕਾਫੀ ਜ਼ਿਆਦਾ ਪੈਂਦੀ ਹੈ ਤੇ ਸਿਆਲਾਂ 'ਚ ਠੰਡ ਵੀ ਰੱਜ ਕੇ ਪੈਂਦੀ ਹੈ ਜੀ। ਗਿਲ ਸਾਹਿਬ, ਇੱਕ ਇੰਡੀਆ ਵਿੱਚ ਵੀ ਠੰਡ ਬਹੁਤ ਚੱਲ ਰਹੀ ਹੈ। ਮੇਰੀ ਉੱਥੇ ਘਰਦਿਆਂ ਨਾਲ ਵੀ ਗੱਲ ਹੋਈ ਤੇ ਹੋਰਾਂ ਨਾਲ ਵੀ, ਕਿਉਂਕਿ ਉੱਥੇ ਆਪਣੇ ਘਰ ਇੱਟਾਂ ਦੇ ਆ ਉੱਥੇ ਉਹ ਠਰ ਜਾਂਦੇ ਹਨ। ਮੈਂ ਚੈੱਕ ਕਰ ਰਿਹਾ ਸੀ, ਸਾਡੇ +5 ਸੀ ਦਿਨ ਦਾ ਤੇ ਮੋਹਾਲੀ ਦੇ ਵਿੱਚ ਟੈਂਪਰੇਚਰ +9 ਸੀ ਰਾਤ ਦਾ। ਕੋਈ ਬਹੁਤਾ ਫਰਕ ਨਹੀਂ ਸੀ ਤੇ ਪਿਛਲੇ ਹਫ਼ਤੇ ਤੋਂ ਇੰਡੀਆ 'ਚ ਕਾਫੀ ਠੰਡ ਪੈ ਰਹੀ ਹੈ ਪੰਜਾਬ ਦੇ ਵਿੱਚ ਤੇ ਇੱਕ ਕਹਿੰਦੇ ਹਫ਼ਤਾ ਹੋਰ ਪੈਣੀ ਆ। ਸੋ ਉਹਨਾਂ ਨੂੰ ਵੀ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਜੀ। ਉਹੀ ਨਾ, ਆਪਣੇ ਕਿਉਂਕਿ ਘਰ-ਬਾਰ ਇੱਥੇ ਆਪਣੀ ਗੱਡੀਆਂ ਸਾਰਾ ਕੁਝ ਸੈਂਟਰਲੀ ਏਅਰ ਕੰਡੀਸ਼ਨਡ ਆ, ਹੈ ਨਾ, ਉਹਦੇ ਕਰਕੇ ਆਪਾਂ ਜਿਹੜੀ ਏਅਰ ਆ ਉਹਨੂੰ ਕੰਡੀਸ਼ਨ ਕਰ ਲੈਂਦੇ ਆਪਣੇ ਹਿਸਾਬ ਨਾਲ, ਜੇ ਤੱਤਾ ਕਰਨਾ ਠੰਡਾ ਕਰਨਾ। ਪਰ ਇੰਡੀਆ ਵਿੱਚ ਕਿਉਂਕਿ ਆਪਾਂ ਉੱਥੇ ਹੀਟਰ ਵਗੈਰਾ ਯੂਜ਼ ਹੁੰਦੇ ਨੇ ਘਰਾਂ ਦੇ ਵਿੱਚ, ਤੇ ਜਿਵੇਂ ਤੁਸੀਂ ਦੱਸਿਆ ਵੀ ਜਿਹੜੇ ਘਰ ਨੇ ਉਹ ਇੱਟਾਂ ਦੇ ਬਣੇ ਹੋਣ ਕਰਕੇ ਉਹ ਠੰਡੇ ਹੋ ਜਾਂਦੇ ਨੇ। ਸੋ ਉਹਦੇ ਕਰਕੇ ਠੰਡ ਉੱਥੇ ਜ਼ਿਆਦਾ ਲੱਗਦੀ ਹੈ। ਈਵਨ ਆਪਾਂ ਵੀ ਜਦੋਂ ਜਾਂਦੇ ਹਾਂ ਪਹਿਲਾਂ ਆਪਾਂ ਨੂੰ ਇੱਥੋਂ ਜੇ ਸਿਆਲਾਂ 'ਚ ਜਾਈਦਾ ਉੱਥੇ ਇੰਡੀਆ, ਪਹਿਲਾਂ ਜਾ ਕੇ ਨਹੀਂ ਠੰਡ ਇੰਨੀ ਲੱਗਦੀ ਕਿਉਂਕਿ ਆਪਾਂ ਇੱਥੋਂ ਜ਼ਿਆਦਾ ਠੰਡ 'ਚੋਂ ਗਏ ਹੁੰਦੇ ਹਾਂ। ਪਰ ਜਦੋਂ ਫਿਰ 15 ਕੁ ਦਿਨ ਬੰਦਾ ਉੱਥੇ ਰਹਿੰਦਾ ਤੇ ਫਿਰ ਉਹ ਰਜਾਈ 'ਚ ਵੜਨ ਦਾ ਜਿਹੜਾ ਨਿੱਘ ਆਉਂਦਾ ਨਾ, ਫਿਰ ਉਹ ਇੰਡੀਆ ਜਾ ਕੇ ਜ਼ਿਆਦਾ ਸਵਾਦ ਆਉਂਦਾ। ਤੇ ਆਪਾਂ ਪਿਛਲੇ ਵੀਕ ਗੱਲ ਕਰ ਰਹੇ ਸੀ ਪੋਲੀਟਿਕਸ ਦੀ, ਆਪਾਂ ਗੱਲ ਕੀਤੀ ਸੀ ਤੇ ਆਪਾਂ ਕਿਉਂਕਿ ਪੰਜਾਬ ਤੋਂ ਅਸੀਂ ਆਏ ਹਾਂ, ਪੰਜਾਬ ਦੀ ਪੋਲੀਟਿਕਸ ਤੇ
ਇੱਥੇ ਦੀ ਪੋਲਿਟਿਕਸ ਨਾ, ਕਈ ਵਾਰੀ ਆਪਾਂ ਜਦੋਂ ਇਹ ਗੱਲਾਂ ਕਰਦੇ ਹਾਂ ਵੀ ਇਹਦੇ ਵਿੱਚ ਫਰਕ ਕਿੰਨਾ ਆ ਗਿਆ ਲੋਕਾਂ ਦੀ, ਕਿਉਂਕਿ ਆਪਾਂ ਪੰਜਾਬ ਤੋਂ ਇਸੇ ਕਰਕੇ ਨਾ ਮੁਲਕਾਂ 'ਚ ਆਏ ਹਾਂ ਕਿ ਇਹਨਾਂ ਮੁਲਕਾਂ ਦਾ ਸਿਸਟਮ ਬੈਟਰ ਆ। ਚਾਹੇ ਆਪਾਂ ਇੱਥੇ ਦਾ ਐਜੂਕੇਸ਼ਨ ਸਿਸਟਮ ਦੇਖ ਲਈਏ ਜਾਂ ਫਿਰ ਹੈਲਥ ਕੇਅਰ ਸਿਸਟਮ ਦੇਖ ਲਈਏ, ਜਾਂ ਇੱਥੇ ਦੇ ਜਿਹੜੇ ਸਾਡੇ ਰਾਜਨੀਤਿਕ ਲੋਕ ਨੇ ਉਹਨਾਂ ਦਾ ਵਰਤਾਓ ਜਾਂ ਕਿਸ ਤਰੀਕੇ ਦੇ ਨਾਲ ਉਹ ਆਪਣਾ ਕੰਮਕਾਜ ਕਰਦੇ ਨੇ, ਹੈ ਨਾ, ਉਹ ਇੱਥੇ ਬਿਹਤਰ ਆ। ਸੋ ਅੱਜ ਕਿਉਂ ਨਾ ਆਪਾਂ ਐਨਾਲਿਸਿਸ ਕਰੀਏ ਵੀ ਜਿਹੜੇ ਪੰਜਾਬ ਦੇ MLA ਆ, ਜੋ ਕੁਛ ਉਹਨਾਂ ਨੂੰ ਕਰਨਾ ਚਾਹੀਦਾ ਹੈ ਤੇ ਜਿਹੜਾ ਕੁਛ ਉਹ ਨਹੀਂ ਕਰਦੇ, ਤੁਸੀਂ ਕੀ ਵਿਚਾਰ ਰੱਖਦੇ ਹੋ ਇਹਦੇ ਬਾਰੇ? ਅੱਜ ਆਪਾਂ ਥੋੜ੍ਹੀ ਜਿਹੀ ਪੜਚੋਲ ਕਰੀਏ। ਹਾਂਜੀ ਕਰਨਵੀਰ ਜੀ, ਇਹ ਬਹੁਤ ਹੀ ਇੰਪੋਰਟੈਂਟ ਮੁੱਦਾ ਹੈ ਇਹ, ਕਿਉਂਕਿ ਮੈਂ ਦੇਖ ਰਿਹਾ ਸੀਗਾ ਵੀ ਜਦੋਂ ਆਪਾਂ ਇਹਨਾਂ ਮੁਲਕਾਂ ਨੂੰ ਵਿਕਸਿਤ ਕਹਿੰਦੇ ਤੇ ਆਪਣਾ ਉੱਥੋਂ ਹਰੇਕ ਪੰਜਾਬੀ ਕਿਸੇ ਨਾ ਕਿਸੇ ਢੰਗ ਨਾਲ ਇੱਥੇ ਆਉਣ ਦੀ ਕੋਸ਼ਿਸ਼ ਕਰਦਾ ਹੈ। ਸੋ ਉਹਦੇ ਵਿੱਚ ਮੈਂ ਦੇਖਿਆ ਵੀ ਸਭ ਤੋਂ ਵੱਡੇ ਨਿਘਾਰ ਦਾ ਕਾਰਨ ਹੈ ਵੀ ਜਿਹੜੇ ਸਾਡੇ ਉੱਥੇ ਦੇ ਚੁਣੇ ਗਏ ਨੁਮਾਇੰਦੇ MLA MP ਆ ਜਾਂ ਜਿਹੜੇ ਵਿਧਾਨ ਸਭਾ ਜਾਂ ਪਾਰਲੀਮੈਂਟ ਆ, ਉਹਨਾਂ ਦੇ ਕੰਮ ਕਰਨਾ ਹੀ ਬੰਦ ਕਰ ਦਿੱਤਾ। ਮੈਂ ਇੱਕ ਪੰਜਾਬ ਦੇ ਵਿਧਾਨ ਸਭਾ ਦੇ ਸੈਸ਼ਨਾਂ ਦੀ ਗੱਲ ਕਰਦੇ ਆ ਆਪਾਂ, ਵੀ ਸੈਸ਼ਨ ਉਹ ਹੁੰਦਾ ਜਿੱਥੇ ਸਰਕਾਰ ਨੂੰ ਚਲਾਉਣ ਦੀਆਂ ਨੀਤੀਆਂ ਬਣਾਈਆਂ ਜਾਂਦੀਆਂ, ਕਾਨੂੰਨ ਜਿੱਥੇ ਬਣਦੇ ਨੇ ਜੀ, ਉਹਦੇ ਵਿੱਚ ਮੈਂ ਹਾਂਜੀ ਜਿੱਥੇ ਕਾਨੂੰਨ ਬਣਦੇ ਨੇ, ਤੇ ਉਹ ਆਪਾਂ MLA ਚੁਣ ਕੇ MLA ਦਾ ਮੁੱਖ ਕੰਮ ਹੀ ਇਹ ਹੁੰਦਾ ਕਿ ਉਹ ਜਾ ਕੇ ਵਿਧਾਨ ਸਭਾ ਦੇ ਵਿੱਚ ਚੰਗੇ ਕਾਨੂੰਨ ਬਣਾਉਣ ਤਾਂ ਕਿ ਚੰਗੀ ਸਰਕਾਰ ਲੋਕਾਂ ਨੂੰ ਮਿਲ ਸਕੇ ਜੀ। ਪਰ ਮੈਂ ਤੁਹਾਨੂੰ ਬੜੀ ਹੈਰਾਨੀ ਹੋਈ, ਮੈਂ ਦੇਖਿਆ ਕਿ 1967-68 ਦੇ ਵਿੱਚ ਜਿਹੜਾ ਆਪਣਾ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਆ ਲਗਭਗ 75 ਦਿਨ ਚੱਲਿਆ। ਅੱਛਾ ਜੀ। ਤੇ ਇਹ 1992-93 ਦੇ ਵਿੱਚ ਆ ਕੇ 44 ਦਿਨ ਘਟ ਕੇ ਰਹਿ ਗਿਆ। ਅੱਛਾ, 67 ਤੋਂ 44 ਤੇ ਆ ਗਿਆ ਜੀ। ਹਾਂਜੀ, ਤੇ 2002-3 ਦੇ ਵਿੱਚ 32 ਦਿਨ, ਤੇ ਜਦੋਂ ਦੀ ਆਹ ਕੈਪਟਨ ਤੇ ਬਾਦਲ ਸਰਕਾਰ ਚੱਲੀ ਆ, ਇਹ ਇਹਨਾਂ ਨੇ ਘਟਾ ਕੇ ਪਿਛਲੇ 5 ਸਾਲਾਂ ਦੇ ਵਿੱਚ ਸਿਰਫ 68 ਦਿਨ ਚੱਲਿਆ 5 ਸਾਲਾਂ ਚ। ਅੱਛਾ, ਪੂਰੇ 5 ਸਾਲਾਂ 13 ਦਿਨ ਪ੍ਰਤੀ ਸਾਲ ਜੀ। ਤੇ ਜੇ ਆਪਾਂ ਇਸ ਦਾ ਕੰਪੈਰੀਜ਼ਨ ਆਪਣੇ ਕੈਨੇਡਾ ਦੇ ਨਾਲ ਕਰੀਏ, ਮੈਂ ਕੱਲ ਸਾਰੇ ਬੈਠੇ ਦੇਖ ਰਿਹਾ ਸੀ ਤਾਂ ਪੰਜਾਬ ਦੇ ਵਿੱਚ ਆਪਣਾ BC ਦੇ ਵਿੱਚ 1 ਸਾਲ ਜਾਨੀ ਪਿਛਲੇ 21-22 ਦੇ ਦੌਰਾਨ 72 ਦਿਨ ਸੈਸ਼ਨ ਚੱਲਿਆ 1 ਸਾਲ ਦੇ ਵਿੱਚ। ਪੰਜਾਬ ਦਾ ਹੈ 5 ਸਾਲ ਦਾ, ਪੰਜਾਬ ਦਾ ਹੈ 5 ਸਾਲ ਦਾ 68 ਦਿਨ ਜੀ ਜੀ ਜੀ। ਅਲਬਰਟਾ ਦੇ ਵਿੱਚ 69 ਡੇ 69 ਦਿਨ, ਕਿਊਬਿਕ ਦੇ ਵਿੱਚ 79 ਦਿਨ, ਤੇ ਓਨਟਾਰੀਓ ਟੋਰਾਂਟੋ ਤੁਹਾਡੇ ਏਰੀਆ ਦੇ ਵਿੱਚ 91 ਦਿਨ ਵਿਧਾਨ ਸਭਾ ਚੱਲੀ। ਸੋ ਜੇ ਵਿਧਾਨ ਸਭਾ ਚੱਲੂਗੀ ਨਹੀਂ ਤਾਂ ਉੱਥੇ ਕਾਨੂੰਨ ਕੀ ਬਣਨਗੇ? ਇਹ 11 ਜਾਂ 12 ਦਿਨ ਇਕੱਠੇ ਹੁੰਦੇ ਆ, ਉਹਦੇ ਵਿੱਚੋਂ ਵੀ ਸਾਲ ਦੇ ਵਿੱਚੋਂ ਇਹ ਜਿੰਨੀ ਵਾਰੀ ਇਕੱਠੇ ਹੁੰਦੇ ਆ, ਪਹਿਲਾ ਦਿਨ ਤਾਂ ਇਹ ਸ਼ਰਧਾਂਜਲੀਆਂ ਦੇ ਕੇ ਤੁਰ ਜਾਂਦੇ ਆ। ਜੀ ਜੀ ਜੀ। ਵਿਛੜੀਆਂ ਰੂਹਾਂ ਨੂੰ। ਸੋ ਮੈਂ ਵਿਛੜੀਆਂ ਰੂਹਾਂ ਨੂੰ, ਹਾਂਜੀ। ਤੇ ਮੈਂ ਹੁਣੇ ਦੇਖ ਰਿਹਾ ਸੀਗਾ ਵੀ ਇਹ ਵਿਧਾਨ ਸਭਾ ਦੀ ਪੰਜਾਬ ਦੀ ਕਾਰਵਾਈ, ਆਪਣੇ ਬ੍ਰਹਮ ਮਹਿੰਦਰਾ ਜੀ ਉੱਥੇ ਪਾਰਲੀਮੈਂਟਰੀ ਮੰਤਰੀ ਨੇ, ਸੋ ਉਹ ਕਹਿ ਰਿਹਾ ਵੀ ਜੇ ਮੈਨੂੰ ਚੇਅਰ ਇਜਾਜ਼ਤ ਦੇਵੇ ਤਾਂ ਮੈਂ 10 ਬਿੱਲ ਇਕੱਠੇ ਹੀ ਪੇਸ਼ ਕਰ ਦੇਣੇ ਆ। ਅੱਛਾ ਜੀ। ਤੇ ਉਹ 10 ਬਿੱਲ ਇਕੱਠੇ ਹੀ ਇੱਕੋ ਵਾਰੀ ਚ ਪੇਸ਼ ਕਰਕੇ ਤੇ ਉਹ ਪਾਸ ਕਰ ਦਿੱਤੇ ਗਏ ਬਿਨਾਂ ਕਿਸੇ ਬਹਿਸ ਤੋਂ। ਹਾਂ, ਜਿਹੜੇ ਬਿੱਲ ਨੇ, ਬਿੱਲ ਇਦਾਂ ਤਾਂ ਪਾਸ ਨਹੀਂ ਹੁੰਦੇ। ਹੁਣ ਆਪਾਂ ਇਹਨਾਂ ਮੁਲਕਾਂ 'ਚ ਦੇਖਦੇ ਹੀ ਹਾਂ ਵੀ ਕੋਈ ਵੀ ਬਿੱਲ ਆਉਂਦਾ ਉਹਦੇ ਉੱਤੇ ਪਹਿਲਾਂ ਫਲੋਰ ਤੇ ਆਉਂਦਾ, ਉਹਨੂੰ ਆਉਣ ਤੱਕ ਵੀ ਸਹਿਮਤੀ ਮਿਲਣੀ ਜ਼ਰੂਰੀ ਹੈ। ਉਸ ਤੋਂ ਬਾਅਦ ਫਲੋਰ ਤੇ ਆ ਕੇ ਪ੍ਰੋਪਰ ਡਿਸਕਸ਼ਨ ਹੁੰਦੀ ਹੈ ਉਹਦੇ ਉੱਤੇ। ਜੇ ਕੋਈ ਆਪੋਜੀਸ਼ਨ ਵਾਲਿਆਂ ਨੂੰ ਕੋਈ ਉਹਦੇ ਉੱਤੇ ਕੋਈ ਵੀ ਉਹਨਾਂ ਨੇ ਕਿੰਤੂ ਪ੍ਰੰਤੂ ਕਰਨਾ, ਕੋਈ ਸਵਾਲ ਕਰਨਾ, ਸਵਾਲ ਕਰਦੇ ਨੇ, ਔਰ ਫਿਰ ਜਦੋਂ ਸਾਰਿਆਂ ਦਾ ਇੱਕ ਹੋ ਜਾਂਦਾ, ਸਾਰੇ ਮੰਨਦੇ ਨੇ ਕਿ ਹਾਂ ਜਿਹੜਾ ਇਹ ਕਾਨੂੰਨ ਹੈ ਲੋਕਾਂ ਦੇ ਭਲੇ ਲਈ ਹੈ, ਲੋਕਾਂ ਲਈ ਵਧੀਆ ਬਣ ਸਕਦਾ, ਹੋ ਸਕਦਾ, ਤਾਂ ਕਿਤੇ ਜਾ ਕੇ ਪਾਸ ਹੁੰਦਾ ਉਹ। ਔਰ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਇਹ ਤਾਂ ਹੈਰਾਨੀ ਵਾਲੀ ਗੱਲ ਹੈ ਵੀ ਕਿਸੇ ਬਹਿਸ ਤੋਂ ਬਗੈਰ ਹੀ ਜਦ ਇੱਦਾਂ ਦੇ ਕਾਨੂੰਨ ਉੱਥੇ ਪਾਸ ਕੀਤੇ ਜਾਂਦੇ ਨੇ ਤਾਂ ਲੋਕੀ ਫਿਰ ਕੀ ਉਮੀਦ ਕਰਨ ਇਹੋ ਜਿਹੀਆਂ ਸਰਕਾਰਾਂ ਤੋਂ, ਇਹੋ ਜਿਹੇ ਨੁਮਾਇੰਦਿਆਂ ਤੋਂ? ਜੀ ਕਰਨਵੀਰ ਜੀ, ਬਿਲਕੁਲ ਤੁਸੀਂ ਸਹੀ ਗੱਲ ਦੱਸੀ। ਮੈਂ ਆਪਣੇ ਮੇਰੇ ਦੋਸਤ ਨੇ MLA ਨੇ, ਉਹ ਮੈਨੀਟੋਬਾ ਦੇ ਵਿੱਚ, ਉਹਨਾਂ ਨਾਲ ਗੱਲ ਕਰ ਰਿਹਾ ਸੀ। ਉਹਨਾਂ ਨੇ ਦੱਸਿਆ ਕਿ ਜਦੋਂ ਬਿੱਲ ਪੇਸ਼ ਹੋਣਾ ਦਾ ਤਾਂ ਉਹਦੀ ਇੱਕ ਪਹਿਲੀ ਰੀਡਿੰਗ ਹੁੰਦੀ ਹੈ, ਰੀਡਿੰਗ ਜਾਨੀ ਕਿ ਉਹਨੂੰ ਪੜ੍ਹਨ ਖਾਤਰ ਦਿੱਤਾ ਜਾਂਦਾ ਹੈ। ਉਹ ਤੋਂ ਬਾਅਦ ਫਿਰ ਬਹਿਸ ਹੁੰਦੀ ਆ, ਉਹ ਤੋਂ ਬਾਅਦ ਫਿਰ ਸੈਕੰਡ ਰੀਡਿੰਗ ਹੁੰਦੀ ਹੈ, ਸੈਕੰਡ ਰੀਡਿੰਗ ਤੋਂ ਬਾਅਦ ਫਿਰ ਬਹਿਸ ਹੁੰਦੀ ਹੈ, ਉਹ ਤੋਂ ਬਾਅਦ ਫਿਰ ਥਰਡ ਰੀਡਿੰਗ। ਇਹ ਗੈਪ ਪਾ ਕੇ ਦਿੱਤਾ ਜਾਂਦਾ, ਜਾਨੀ ਪਹਿਲੀ ਰੀਡਿੰਗ ਹੋਗੀ, ਉਸ ਤੋਂ ਬਾਅਦ ਬਹਿਸ ਹੋਗੀ, ਫਿਰ ਸਮਾਂ ਦਿੱਤਾ ਜਾਂਦਾ ਵੀ ਬਾਕੀ ਹੋਰ ਪੜ੍ਹ ਲੈਣ, ਜੇ ਕਿਸੇ ਨੇ ਆਪਣਾ ਕੋਈ ਸੁਝਾਅ ਦੇਣਾ ਉਹ ਦੇ ਲਵੇ। ਸੋ ਜਦੋਂ ਤੀਜੀ ਰੀਡਿੰਗ ਹੁੰਦੀ ਆ, ਉਸ ਤੋਂ ਬਾਅਦ ਫਿਰ ਉੱਤੇ ਫੇਰ ਬਹਿਸ ਹੁੰਦੀ ਹੈ, ਜਿਹੜੇ ਸੁਝਾਅ ਦਿੱਤੇ ਗਏ ਹੁੰਦੇ ਹਨ ਉਹਨਾਂ ਨੂੰ ਇਨਕੋਰਪੋਰੇਟ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਫਿਰ ਵੋਟਿੰਗ ਹੁੰਦੀ ਜਾਂ ਉਹਨੂੰ ਬਹੁਮਤ ਦੇ ਨਾਲ ਪਾਸ ਕੀਤਾ ਜਾਂਦਾ। ਸੋ ਇਹ ਲੰਬਾ ਪ੍ਰੋਸੀਜਰ ਹੁੰਦਾ। ਤੇ ਉਹ ਮੈਨੂੰ ਹੋਰ ਵੀ ਦੱਸ ਰਹੇ ਸੀ ਵੀ ਆਪਾਂ ਆਮ ਸ਼ਹਿਰੀ ਦੇ ਤੌਰ ਤੇ ਵੀ ਉਸ ਵਿੱਚ ਪਾਰਟਿਸਿਪੇਟ ਕਰ ਸਕਦੇ ਹਾਂ। ਜਿਵੇਂ ਮੈਨੂੰ ਕੋਈ ਬਿੱਲ ਪਾਸ ਹੋ ਰਿਹਾ ਪਾਣੀ ਦੇ ਪ੍ਰਬੰਧ ਬਾਰੇ ਜਾਂ ਵਾਤਾਵਰਨ ਬਾਰੇ, ਜੇ ਮੇਰੇ ਕੋਲੇ ਕੋਈ ਆਈਡੀਆਜ਼ ਹਨ ਤਾਂ ਮੈਂ ਉਹਨਾਂ ਨੂੰ ਲਿਖ ਸਕਦਾ ਤੇ ਮੈਂ ਉਸ ਦੇ ਵਿੱਚ ਆਪਣੀ ਪ੍ਰੈਜੈਂਟੇਸ਼ਨ ਦੇ ਸਕਦਾ, ਸੁਝਾਅ ਦੇ ਸਕਦਾ।
ਸੋ ਇਸ ਤਰ੍ਹਾਂ ਜਿਹੜੀ ਹਰੇਕ ਬੰਦੇ ਨੂੰ ਹਰੇਕ ਸ਼ਹਿਰੀ ਨੂੰ ਉਹਦੇ ਵਿੱਚ ਆਪਣੀ ਯੋਗਦਾਨ ਪਾਉਣ ਦਾ ਇੱਥੇ ਹੱਕ ਹੈ, ਪਰੰਤੂ ਕਿਉਂਕਿ ਉੱਥੇ ਇਹਨੂੰ ਜ਼ਰੂਰੀ ਹੀ ਨਹੀਂ ਸਮਝਿਆ ਜਾਂਦਾ। ਇੱਕ ਮੈਂ ਹੋਰ ਇਹਦੇ ਨਾਲ ਹੀ ਜੋੜ ਕੇ ਤੁਹਾਨੂੰ ਦੱਸਦਾ, ਮੈਂ ਦੇਖ ਰਿਹਾ ਸੀਗਾ ਵੀ ਇਸ ਸੈਸ਼ਨ ਦੇ ਦੌਰਾਨ ਜਿਹੜਾ ਪਿਛਲੇ ਹੁਣ ਲਾਸਟ ਸੈਸ਼ਨ ਚੱਲਿਆ 2-3 ਦਿਨ ਦਾ, ਉਹਦੇ ਵਿੱਚ 5 ਯੂਨੀਵਰਸਿਟੀਆਂ ਦੇ ਬਿੱਲ ਪਾਸ ਕੀਤੇ ਗਏ, ਨਵੀਆਂ ਯੂਨੀਵਰਸਿਟੀਆਂ ਬਣਾਈਆਂ ਗਈਆਂ ਜੀ। ਤੇ ਜਿਸ ਦੇ ਨਾਲ ਪੰਜਾਬ ਦੇ ਵਿੱਚ ਟੋਟਲ ਯੂਨੀਵਰਸਿਟੀਆਂ ਦੀ ਗਿਣਤੀ 16 ਕਿ 17 ਹੋ ਗਈ ਹੁਣ। ਤੇ ਪਰ ਮੈਂ ਸੋਚ ਕੇ ਹੈਰਾਨ ਹੋ ਰਿਹਾ, ਹਾਂਜੀ, ਜਦੋਂ ਆਪਾਂ ਪੜ੍ਹਦੇ ਹੁੰਦੇ ਸੀ ਤਾਂ ਉਦੋਂ 4 ਯੂਨੀਵਰਸਿਟੀਆਂ ਹੁੰਦੀਆਂ ਸੀ ਜੀ। ਤੇ ਪਰ ਮੈਂ ਨਾਲ ਹੈਰਾਨ ਹੋਣ ਦੀ ਗੱਲ ਇਹ ਆ ਵੀ ਜੇ ਯੂਨੀਵਰਸਿਟੀਆਂ ਇੰਨੀਆਂ ਹੋ ਗਈਆਂ ਤੇ ਪੰਜਾਬ ਦੇ ਵਿਦਿਆਰਥੀ ਤਾਂ ਸਾਰੇ 12ਵੀਂ ਕਰਕੇ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਨੂੰ ਭੱਜ ਰਹੇ ਨੇ, ਤੇ ਇਹ ਯੂਨੀਵਰਸਿਟੀਆਂ ਕਿਹਦੇ ਖਾਤਰ ਖੋਲ ਰਹੀ ਹੈ ਸਰਕਾਰ? ਜੀ ਜੀ ਜੀ, ਨਹੀਂ ਉਹ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ। ਮੈਂ ਐਕਚੁਅਲੀ ਮਾਫੀ ਮੰਗਦਾ ਤੁਹਾਨੂੰ ਵਿੱਚੋਂ ਟੋਕਣ ਦੀ, ਕਿ ਜਿਵੇਂ ਤੁਸੀਂ ਦੱਸਿਆ ਕਿ ਇਹ ਜਿਹੜੇ ਪੁਆਇੰਟ ਨਾ ਬਹੁਤ ਵੈਲਿਡ ਪੁਆਇੰਟ ਨੇ, ਕਿ ਜਿਹੜਾ ਸਾਡਾ ਯੂਥ ਹੈ ਉਹ ਉੱਥੇ ਰਹਿਣਾ ਨਹੀਂ ਚਾਹ ਰਿਹਾ। 12ਵੀਂ ਤੋਂ ਬਾਅਦ ਸਾਰਿਆਂ ਦਾ ਹੀ ਮੇਨ ਪਰਪਸ ਇਹੀ ਹੁੰਦਾ ਕਿ ਆਈਲੈਟਸ ਕਰਕੇ ਕਿਸੇ ਤਰੀਕੇ ਦੇ ਨਾਲ ਬਾਹਰਲੇ ਕਿਸੇ ਮੁਲਕ ਦੇ ਵਿੱਚ ਜਾ ਕੇ ਸੈੱਟ ਹੋਈਏ। ਜਦੋਂ ਆਪਾਂ ਪਹਿਲਾਂ ਜਿਹੜੀ ਮੁੱਢਲੀ ਗੱਲ ਹੈ ਵੀ ਜਿੱਥੋਂ ਸਾਡੇ ਲਈ, ਸਾਡੇ ਲੋਕਾਂ ਲਈ ਕਾਨੂੰਨ ਬਣਨੇ ਨੇ, ਜਿੱਥੇ ਜਾ ਕੇ ਉਹਨਾਂ 'ਤੇ ਬਹਿਸ ਹੋਣੀ ਹੈ, ਫਿਰ ਮੋਹਰ ਲੱਗਣੀ ਹੈ, ਫਿਰ ਉਹ ਲੋਕਾਂ ਦੀ ਭਲਾਈ ਲਈ ਯੂਜ਼ ਕੀਤਾ ਜਾਣਾ। ਜਦ ਉਹਦੇ ਵੱਲੋਂ ਹੀ ਜਿਹੜੀ ਤਵੱਜੋ ਹੈ ਸੀਰੀਅਸਲੀ ਨਹੀਂ ਦਿੱਤੀ ਜਾਂਦੀ, ਤੇ ਗਾਂ ਯੂਥ ਹੈ ਜਿਹੜਾ, ਯੂਥ ਨੂੰ ਪਹਿਲਾਂ ਤੁਸੀਂ ਉਹਨਾਂ ਦੀਆਂ ਨੌਕਰੀਆਂ ਦਾ ਪ੍ਰਬੰਧ ਪਹਿਲਾਂ ਕਰੋ, ਨਾਲ ਐਜੂਕੇਸ਼ਨ ਦਾ ਕਰੋ, ਫਿਰ ਤਾਂ ਗੱਲ ਬਣਦੀ ਹੈ। ਇਹ ਇਕੱਲੇ ਐਜੂਕੇਸ਼ਨ ਦੀ ਵੀ, ਜਿਵੇਂ ਕਿਸੇ ਨਾਲ ਮੇਰੀ ਗੱਲ ਹੋ ਰਹੀ ਸੀ ਕਿ ਜਿਹੜੀਆਂ ਇਹ ਯੂਨੀਵਰਸਿਟੀਆਂ ਨੇ, ਜਿਵੇਂ ਕਿਸੇ ਟਾਈਮ ਦੇ ਉੱਤੇ ਜਿਹੜਾ ਡਾਕਟਰੀ ਦਾ ਕਿੱਤਾ ਨਾ ਬਹੁਤ ਪਾਕ ਕਿੱਤਾ ਮੰਨਿਆ ਜਾਂਦਾ ਸੀ, ਪਰ ਡਾਕਟਰਾਂ ਨੇ ਵੀ ਪੈਸੇ ਦੇ ਮਗਰ ਲੱਗ ਕੇ ਇਹਨੂੰ ਵੀ ਇੱਕ ਜਿੱਦਾਂ ਧੰਦਾ ਬਣਾ ਲਿਆ ਇੱਕ ਕਿਸਮ ਦਾ। ਉਹ ਜਿਵੇਂ ਆਪਾਂ ਦੇਖਦੇ ਹਾਂ ਹਸਪਤਾਲਾਂ ਦੇ ਵਿੱਚ ਲੁੱਟ ਖਸੁੱਟ ਹੁੰਦੀ ਹੈ ਮਰੀਜ਼ਾਂ ਦੀ, ਬਹੁਤ ਵੱਡੇ ਵੱਡੇ ਬਿੱਲ ਬਣਾਏ ਜਾਂਦੇ ਨੇ ਜੇ ਕੋਈ ਵਿਚਾਰਾ ਬਿਮਾਰ ਹੋ ਗਿਆ। ਇਸੇ ਤਰੀਕੇ ਨਾਲ ਜਿਹੜੀ ਐਜੂਕੇਸ਼ਨ ਹੈ ਇਹ ਵੀ ਹੁਣ ਇੱਕ ਤਰੀਕੇ ਨਾਲ ਧੰਦਾ ਬਣਿਆ ਹੋਇਆ ਵੀ ਜਿਹੜੇ ਧਨਾੜ ਲੋਕੀ ਨੇ ਉਹ, ਕਿਉਂਕਿ ਯੂਨੀਵਰਸਿਟੀ ਚਲਾਉਣ ਦਾ, ਬਣਾਉਣ ਦਾ, ਲਾਇਸੈਂਸ ਲੈਣਾ, ਪਾਸ ਕਰਾਉਣਾ, ਉਹ ਵੀ ਇੱਕ ਬਹੁਤ ਵੱਡੀ ਮੁਹਿੰਮ ਹੈ ਆਪਣੇ ਆਪ ਦੇ ਵਿੱਚ। ਔਰ ਇਹਨਾਂ ਲੋਕਾਂ ਦੇ ਕਿਉਂਕਿ ਲਿੰਕ ਹੁੰਦੇ ਨੇ, ਇਹਨਾਂ ਨੂੰ ਸਾਰਾ ਕੁਝ ਕੀਤਾ ਕਰਾਇਆ ਮਿਲਦਾ, ਔਰ ਫਿਰ ਉਸ ਤੋਂ ਬਾਅਦ ਲੱਖਾਂ ਕਰੋੜਾਂ ਰੁਪਈਆ ਇਹਨਾਂ ਤੋਂ ਬਣਾਇਆ ਜਾਂਦਾ ਜੀ। ਬਿਲਕੁਲ ਜੀ, ਮੈਂ ਤੁਸੀਂ ਜੋ ਕਿਹਾ ਬਿਲਕੁਲ ਸਹੀ, ਕਿ ਇਹ ਇੱਕ ਨੈਕਸਸ ਬਣ ਗਿਆ ਹੋਇਆ ਚੋਰਾਂ ਦਾ ਤੇ ਪੋਲੀਟੀਸ਼ੀਅਨ ਦਾ। ਮੈਂ ਕੱਲ ਪੜ੍ਹ ਰਿਹਾ ਸੀਗਾ BC ਲੈਜਿਸਲੇਚਰ ਦੇ ਵਿੱਚ ਵੀ MLA ਦੇ ਕੀ ਰੋਲ ਕੀ ਨੇ, ਉਹਦੇ ਕੀ ਕੰਮ ਨੇ ਮੁੱਖ। ਸੋ ਉਹਦੇ ਵਿੱਚ ਉਹਨਾਂ ਨੇ 3 ਕੰਮ ਦੱਸੇ ਗਏ ਸੀ। ਨੰਬਰ 1 ਤੇ ਜਿਹੜਾ ਕੰਮ ਲਿਖਿਆ ਗਿਆ ਸੀਗਾ ਉਹ ਹੈਗਾ ਆਪਣਾ ਜਿਹੜੀ ਵਿਧਾਨ ਸਭਾ ਦੇ ਵਿੱਚ ਉਹਦੀ ਕਾਰਗੁਜ਼ਾਰੀ, ਉਹਦੇ ਵਿੱਚ ਉਹਨੇ ਯੋਗਦਾਨ ਪਾਉਣਾ ਬਿੱਲ ਬਣਾਉਣ ਦੇ ਵਿੱਚ। ਨੰਬਰ 2 ਤੇ ਸੀ ਵੀ ਆਪਣੇ ਹਲਕੇ ਦੇ ਲੋਕਾਂ ਦੇ ਨਾਲ ਮੇਲ ਮਿਲਾਪ ਕਰਨਾ, ਤੇ ਤੀਜੇ ਨੰਬਰ ਤੇ ਕੰਮ ਆਉਂਦਾ ਉਹਦਾ ਵੀ ਆਪਣੀ ਪਾਰਟੀ ਦੀਆਂ ਗਤੀਵਿਧੀਆਂ ਦੇ ਵਿੱਚ ਉਹਨੇ ਸ਼ਮੂਲੀਅਤ ਕਰਨੀ ਹੈ ਜੀ। ਸੋ ਜੇ ਆਪਾਂ ਪੰਜਾਬ ਦੇ ਨਾਲ ਕੰਪੇਅਰ ਕਰੀਏ ਤਾਂ ਆਪਣੇ ਪੰਜਾਬ ਦੇ, ਜਾਂ ਇੱਥੇ ਕੈਨੇਡਾ ਵਿੱਚ ਵੀ ਕਈ ਆਪਣੇ ਪੰਜਾਬੀ MLA ਜਾਂ MP ਸਿਰਫ ਭੋਗਾਂ ਤੇ ਜਾਣ ਜੋਗੇ ਆ, ਭੋਗ ਮੰਤਰੀ ਬਣ ਕੇ ਰਹਿ ਗਏ ਆ। ਸੋ ਜਿਹੜਾ ਉਹਨਾਂ ਦਾ ਅਸਲੀ ਕੰਮ ਆ ਜੇ ਵਿਧਾਨ ਸਭਾ ਦੇ ਵਿੱਚ ਜਾ ਕੇ ਸਹੀ ਬਿੱਲ ਬਣਾਉਣੇ, ਸਹੀ ਕਾਨੂੰਨ ਬਣਾਉਣੇ, ਤਾਂ ਜੋ ਚੰਗੀ ਸਰਕਾਰ ਚੱਲ ਸਕੇ। ਜਾਂ ਜੇ ਕੋਈ ਸਰਕਾਰ ਦੇ ਵਿੱਚ ਜਿਵੇਂ ਆਪੋਜੀਸ਼ਨ ਆ, ਜੇ ਕੋਈ ਸਰਕਾਰ ਨਹੀਂ ਚੰਗੀ ਚੱਲ ਰਹੀ ਤਾਂ ਉਹਦੇ ਢੰਗ ਤਰੀਕਿਆਂ ਤੇ ਸਹੀ ਸਵਾਲ ਉਠਾਉਣੇ ਤੇ ਉਹਨੂੰ ਫੜ ਕੇ ਕੰਨੋਂ ਸਹੀ ਥਾਂ ਤੇ ਲੈ ਕੇ ਆਉਣਾ ਜੀ। ਮੈਂ ਇੱਥੇ ਇੱਕ ਛੋਟੀ ਜਿਹੀ ਐਗਜ਼ਾਮਪਲ ਦੇਣੀ ਚਾਹੂੰਗਾ, 2 ਐਗਜ਼ਾਮਪਲਾਂ ਰਾਦਰ, ਵੀ ਜਿਵੇਂ ਹੁਣ ਆਪਾਂ MLA ਦੀ ਕੰਮ ਕਰ ਰਹੇ ਹਾਂ। ਫੋਰ ਐਗਜ਼ਾਮਪਲ ਜੇ ਆਪਾਂ ਇਹੀ ਡਾਕਟਰ ਦੀ ਗੱਲ ਕਰੀਏ, ਆਪਾਂ ਜਦੋਂ ਦੇਖੀਏ ਡਾਕਟਰ ਆਪਣੇ ਸਵੇਰੇ 9 ਤੋਂ 5 ਤੱਕ ਜਦੋਂ ਕਮਰੇ 'ਚ ਬਹਿੰਦਾ, ਉਹ 2 ਕੰਮ ਕਰਦਾ। ਇੱਕ ਤਾਂ ਉਹ ਮਰੀਜ਼ਾਂ ਨੂੰ ਦੇਖਦਾ, ਤੇ ਇੱਕ ਉਹਦੇ ਕੋਲੇ ਦਵਾਈਆਂ ਵਾਲੇ ਰੈਪਰੈਜ਼ੈਂਟੇਟਿਵ ਆਉਂਦੇ ਆ ਵੀ ਸਾਡੀ ਦਵਾਈ ਦੀ ਕੰਪਨੀ ਦੀ ਆਹ ਦਵਾਈ ਆਹ ਲੈ ਲਓ। ਸੋ ਉਹਦੇ ਵਿੱਚ ਜੇ ਡਾਕਟਰ 80% ਸਮਾਂ ਉਹ ਦਵਾਈਆਂ ਵਾਲਿਆਂ ਨਾਲ ਹੀ ਗੱਲਾਂ ਮਾਰੀ ਚੱਲੀਏ ਤੇ 20% ਸਮਾਂ ਮਰੀਜ਼ਾਂ ਨੂੰ ਦਵੇ ਤਾਂ ਆਪੇ ਉਹਦਾ ਪੱਠਾ ਬੈਠ ਜਾਣਾ ਜੀ। ਸੋ ਦੂਜੀ ਐਗਜ਼ਾਮਪਲ ਮੈਂ ਤੁਹਾਨੂੰ ਇਹ ਦਊਂਗਾ, ਜਿਵੇਂ ਅਧਿਆਪਕ ਨੇ, ਅਧਿਆਪਕ ਦਾ ਕੰਮ ਪੜ੍ਹਾਉਣਾ ਮੇਨ, ਪਰ ਉਹਦਾ ਨਾਲ ਦੀ ਨਾਲ ਕੰਮ ਇਹ ਵੀ ਆ ਵੀ ਉਹਨੇ ਵਿਦਿਆਰਥੀਆਂ ਦੇ ਨਾਲ ਸੰਬੰਧ ਬਣਾਉਣੇ, ਉਹਨਾਂ ਦੇ ਮਾਪਿਓ ਨਾਲ ਵੀ ਸੰਬੰਧ ਬਣਾਉਣੇ, ਉਹਨਾਂ ਨੂੰ ਦੱਸਣਾ ਵੀ ਬੱਚਾ ਤੁਹਾਡਾ ਕਿਵੇਂ ਕਰ ਰਿਹਾ, ਤਾਂ ਵਿਦਿਆਰਥੀਆਂ ਦੀ ਮੈਂਟਰਿੰਗ, ਹਾਂਜੀ ਜੀ, ਜਾਂ ਵਿਦਿਆਰਥੀ ਦੀ ਮੈਂਟਰਿੰਗ ਕਰਨੀ, ਕੋਚਿੰਗ ਕਰਨੀ। ਪਰ ਜੇ ਉਹ ਅਧਿਆਪਕ ਪੜ੍ਹਾਉਣ ਵਾਲੇ ਪਾਸੇ ਤਾਂ ਕੁਛ ਨਾ ਕਰੇ ਤੇ ਇਕੱਲੀ ਮੈਂਟਰਿੰਗ ਤੇ ਪੇਰੈਂਟ ਟੀਚਰ ਮੀਟਿੰਗ ਹੀ ਕਰੀ ਚੱਲੇ, ਜਿਵੇਂ ਪੰਜਾਬ ਦੇ ਵਿੱਚ ਆ ਵੀ ਕੋਈ ਸਕੂਲ ਦਾ ਮਾਸਟਰ ਪ੍ਰਾਇਮਰੀ ਸਕੂਲ ਦਾ ਜਾ ਕੇ ਵੀ ਨਿਆਣਿਆਂ ਨੂੰ ਪੜ੍ਹਾਉਣ ਦੀ ਬਜਾਏ ਕਦੇ ਕਿਸੇ ਕੋਲ ਜਾ ਕੇ ਚਾਹ ਪੀ ਲਈ, ਕਿਸੇ ਕੋਲ ਲੱਸੀ ਪੀ ਲਈ, ਇਹ ਕੰਮ ਕਰੀ ਜਾਵੇ ਤਾਂ ਉਹਦੇ ਨਾਲ ਮਤਲਬ ਜਿਹੜੀ ਅਸਲੀ ਕੰਮ ਸੀ ਉਹ ਤਾਂ ਨਹੀਂ ਹੋਇਆ। ਸੋ ਸਾਡੇ ਪੰਜਾਬ ਦੇ MLA ਵੀ ਇਹੀ ਅਸਲੀ ਕੰਮ ਭੁੱਲ ਕੇ ਤੇ ਲੱਸੀਆਂ ਚਾਹਾਂ ਪੀਣ ਤੇ ਜਾਂ ਪਕੌੜੇ ਖਾਣ ਤੇ। ਇਹ ਚੱਕਰ ਇੱਦਾਂ ਹੋਇਆ ਡਾਕਟਰ ਸਾਹਿਬ ਕਿ ਕਿਉਂਕਿ ਨਾ ਆਪਾਂ ਪੰਜਾਬੀ ਜਿੱਥੇ ਵੀ ਜਾਂਦੇ ਹਾਂ, ਚਾਹੇ ਆਪਾਂ ਹੁਣ ਵਿਦੇਸ਼ਾਂ 'ਚ ਆ ਗਏ ਨਾ, ਆਪਾਂ ਜਿਹੜੇ ਸਾਡੇ ਉਹ ਕੁਝ ਕੁ ਚੀਜ਼ਾਂ ਨੇ, ਇੱਕ ਦਿਖਾਵੇ ਦੀ ਚੀਜ਼ ਬਹੁਤ ਆਉਂਦੀ ਹੈ।
ਇੱਥੇ ਵੀ ਬਹੁਤ ਵਾਰੀ ਇਹ ਗੱਲ ਹੁੰਦੀ ਹੈ ਵੀ ਜਦੋਂ ਹੁਣ ਆਪਾਂ ਇੰਡੀਆ ਛੱਡ ਆਏ ਆ, ਪੰਜਾਬ ਛੱਡ ਆਏ ਆ, ਇਸ ਮੁਲਕ 'ਚ ਆ ਗਏ ਆ, ਜਿਹੜੇ ਇਸ ਮੁਲਕ ਦੇ ਜਿੱਦਾਂ ਜਿਹੜੇ ਨੋਰਮ ਨੇ ਜੀਣ ਦੇ ਆਪਾਂ ਉਹਨਾਂ ਨੂੰ ਅਪਣਾਈਏ ਹੈ ਨਾ, ਇੱਥੇ ਆ ਕੇ ਵੀ ਜਿਹੜੇ ਸਾਡੇ MLA MP ਬਣੇ ਹੋਏ ਨੇ ਉਹਨਾਂ ਨੂੰ ਬਕਾਇਦਾ ਤੌਰ ਦੇ ਉੱਤੇ ਆਪਣੇ ਜਿਹੜੇ ਘਰ ਦੇ ਵਿੱਚ ਅਖੰਡ ਪਾਠ ਨੇ, ਬਰਥਡੇ ਨੇ, ਮੈਰਿਜਸ ਨੇ, ਉਹਨਾਂ 'ਤੇ ਸੱਦਿਆ ਜਾਂਦਾ ਹੈ ਔਰ ਉਹਨਾਂ ਨੂੰ ਸੱਦਿਆ ਵੀ ਸ਼ੋਅ ਆਫ ਕਰਨ ਲਈ ਜਾਂਦਾ ਕਿ ਲੋਕਾਂ ਨੂੰ ਦਿਖਾਉਣ ਨੂੰ ਕਿ ਮੈਨੂੰ ਫਲਾਣਾ MLA ਜਾਣਦਾ ਹੈ, MP ਜਾਣਦਾ ਹੈ। ਔਰ ਦੂਜੇ ਪਾਸੇ ਜਿਹੜੇ MLA ਜਾਂ MP ਇੱਥੇ ਹੁੰਦੇ ਨੇ ਜਾਂ ਪੰਜਾਬ ਦੇ ਹੁੰਦੇ ਨੇ, ਉਹ ਹੁਣ ਇੱਕ ਕਿਸਮ ਨਾਲ ਨਾ ਮੁਸੀਬਤ 'ਚ ਫਸ ਜਾਂਦੇ ਨੇ ਕਿਉਂਕਿ ਉਹਨਾਂ ਨੇ ਵੋਟਰਾਂ ਦੇ ਨਾਲ ਰਾਬਤਾ ਬਣਾ ਕੇ ਰੱਖਣਾ ਹੁੰਦਾ। ਜੇ ਹੁਣ ਉਹ ਨਹੀਂ ਜਾਂਦੇ ਤਾਂ ਅਗਲਾ ਨਾਰਾਜ਼ ਹੁੰਦਾ ਵੀ ਭਾਈ ਅਸੀਂ ਤੈਨੂੰ ਸੱਦਿਆ ਸੀ, ਤੂੰ ਆਇਆ ਨਹੀਂ, ਹੈ ਨਾ। ਅਤੇ ਜੇਕਰ ਉਹ ਹੁਣ ਜਾਂਦੇ ਨੇ ਅਤੇ ਉਹਦੇ ਵਿੱਚ ਫਿਰ ਲੋਕੀ ਦੂਜੇ ਪਾਸੇ ਇਹ ਗੱਲ ਆਪਾਂ ਆਖਣ ਲੱਗ ਜਾਂਦੇ ਹਾਂ ਵੀ ਇਹ ਹਰੇਕ ਦੇ ਵਿਆਹ 'ਤੇ ਭੋਗ 'ਤੇ, ਕਿਉਂਕਿ ਜੇ ਆਪਾਂ ਇੱਥੇ ਵੀ ਦੇਖੀਏ ਨਾ, ਕਿਉਂਕਿ ਗਰਮੀਆਂ ਦੇ ਵਿੱਚ ਕਾਫੀ ਸਰਗਰਮੀਆਂ ਹੁੰਦੀਆਂ ਨੇ ਇੱਥੇ ਬਾਹਰ ਵੀ, ਚਾਹੇ ਕਿਸੇ ਇਲਾਕੇ ਦੀ ਪਿਕਨਿਕ ਹੈ, ਕੋਈ ਕਿਸੇ ਕਲੱਬ ਦੀ ਕੋਈ ਖੇਡ ਸਮਾਗਮ ਆ ਗਏ ਜਾਂ ਕੋਈ ਵੈਸੇ ਕਲਚਰਲ ਇਵੈਂਟ ਆ ਗਏ, ਅਤੇ ਸਾਰਿਆਂ ਦੇ ਵਿੱਚ ਉਹਨਾਂ ਨੇ ਸ਼ਿਰਕਤ ਕਰਨੀ ਹੁੰਦੀ ਹੈ। ਅਤੇ ਉਹ ਹੱਸਦੇ ਹੁੰਦੇ ਨੇ ਕਈ ਵਾਰੀ, ਜਿਹੜੇ ਇੱਥੇ ਦੇ ਲੀਡਰ ਨੇ ਕਈ ਵਾਰੀ ਗੱਲ ਕਰੀ ਦੀ ਹੈ ਤਾਂ ਉਹ ਕਹਿੰਦੇ ਵੀ ਸਵੇਰਿਓਂ 7 ਵਜੇ ਨਿਕਲ ਕੇ ਰਾਤ ਨੂੰ 10 ਵਜੇ ਘਰ ਹੀ ਵੜੀਦਾ, ਔਰ ਉਹਦੇ ਵਿੱਚ ਵੀ ਬਸ ਲੋਕੀ ਭੁਗਤਦੇ ਨੇ। ਜਿਵੇਂ ਤੁਸੀਂ ਆਖਿਆ ਕਿ ਸਿਰਫ ਲੋਕਾਂ ਨਾਲ ਮੇਲ ਜੋਲ ਜਿਹੜਾ ਦੂਜੇ ਨੰਬਰ ਦਾ ਕੰਮ ਸੀਗਾ, ਉਹ 'ਤੇ ਤਵੱਜੋ ਜ਼ਿਆਦਾ, ਪਹਿਲੇ ਵਾਲੇ 'ਤੇ ਬਹੁਤ ਘੱਟ ਹੈ। ਇਹਦੇ ਵਿੱਚ ਮੈਂ ਇਹ ਗੱਲ ਕਰਨ ਜੀ ਐਡ ਕਰਨੀ ਚਾਹੁੰਦਾ ਵੀ ਇੱਥੇ ਜਿਹੜੇ MLA ਜਾਂ MP ਨੇ ਨਾ, ਮਤਲਬ ਉਹਨਾਂ ਨੇ ਜੇ ਸਦਨ ਦਾ ਸੈਸ਼ਨ ਚੱਲ ਰਿਹਾ ਉਦੋਂ ਨਹੀਂ ਆ ਸਕਦੇ। ਜਿਵੇਂ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਉਹਨਾਂ ਨੂੰ ਛੁੱਟੀਆਂ ਨੇ, ਉਦੋਂ ਉਹ ਫ੍ਰੀ ਆ, ਉਦੋਂ ਲੋਕਾਂ ਨਾਲ ਤਾਲਮੇਲ ਕਰ ਸਕਦੇ ਆ। ਪਰ ਜਦੋਂ ਸੈਸ਼ਨ ਚੱਲਦਾ ਤਾਂ ਉਹਨਾਂ ਨੂੰ ਇੱਕ ਦਿਨ ਪਹਿਲਾਂ ਦੱਸ ਕੇ ਆਪਣੀ ਪਾਰਟੀ ਦੇ ਵਿਪ ਤੋਂ ਜਾਂ ਜੇ ਸੱਤਾਧਾਰੀ ਨੇ ਤਾਂ ਉਹਨਾਂ ਤੋਂ ਛੁੱਟੀ ਮਨਜ਼ੂਰ ਕਰਾਉਣੀ ਪੈਂਦੀ ਆ। ਪਰ ਪੰਜਾਬ ਦੇ ਵਿੱਚ ਇਹੋ ਜਿਹਾ ਕੋਈ ਕਾਨੂੰਨ ਨਹੀਂ। ਜਿਵੇਂ ਹੁਣ ਕੈਪਟਨ ਅਮਰਿੰਦਰ ਸਿੰਘ ਅਰੁਣ ਜੇਟਲੀ ਨੂੰ ਹਰਾ ਕੇ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਬਣ ਕੇ, ਤੇ ਮੈਂਬਰ ਪਾਰਲੀਮੈਂਟ ਬਣ ਕੇ ਇੱਕ ਵੀ ਉੱਥੇ ਲੋਕ ਸਭਾ 'ਚ ਇੱਕ ਦਿਨ ਵੀ ਨਹੀਂ ਗਏ ਜੀ। ਦੇਖੋ ਕਿੰਨੀ ਵੱਡੀ ਗੱਲ ਹੈ ਜੇ ਆਪਾਂ ਇਹਨੂੰ ਸੀਰੀਅਸਲੀ ਲਈਏ ਵੀ ਜਿਹੜੇ ਲੋਕਾਂ ਨੇ ਤੁਹਾਨੂੰ ਨੁਮਾਇੰਦਾ ਬਣਾ ਕੇ ਆਪਣਾ ਭੇਜਿਆ, ਉਹਨਾਂ ਦੀਆਂ ਜਿਹੜੀਆਂ ਮੁਸ਼ਕਿਲਾਂ ਨੇ, ਜਾਂ ਜੇ ਆਪਾਂ ਥੋੜ੍ਹੀ ਜਿਹੀ ਇਹਦੇ ਵਿੱਚ ਪੁਰਾਣੀ ਗੱਲ ਵੀ ਹੈ ਵੀ ਸਿਮਰਨਜੀਤ ਸਿੰਘ ਮਾਨ ਵੀ ਜਦੋਂ MP ਬਣੇ ਨੇ, ਲੋਕਾਂ ਨੇ ਕਿੱਡੀ ਬਹੁਮਤ ਦੇ ਨਾਲ ਜੇਲ੍ਹ 'ਚੋਂ ਬਾਹਰ ਕੱਢਿਆ, ਉਹਨਾਂ ਨੂੰ ਵੋਟਾਂ ਪਾ ਕੇ ਜਿਤਾਇਆ। ਔਰ ਉਹ ਉਸ ਟਾਈਮ ਪੰਜਾਬ ਦੇ ਹਾਲਾਤ ਵੀ ਆਪਾਂ ਨੂੰ ਪਤਾ ਨੇ ਕਿ ਕੀ ਸੀ, ਨਾਲ ਇਹਨਾਂ ਦੇ ਹੋਰ ਸਾਥੀ ਵੀ MP ਸੀਗੇ। ਜੇਕਰ ਇਹ ਚਾਹੁੰਦੇ ਉਦੋਂ ਕਿਰਪਾਨ ਦਾ ਮਸਲਾ ਉਹਨੂੰ ਸਾਈਡ ਲਾਈਨ ਰੱਖ ਕੇ ਕਿ ਸਾਡੇ ਤਾਂ ਨੌਜਵਾਨ ਮੁੰਡੇ ਇੰਨੇ ਮਰ ਰਹੇ ਨੇ, ਜਾ ਕੇ ਉੱਥੇ ਜਿਹੜਾ ਸੈਸ਼ਨ ਆ ਉਹਦੇ ਵਿੱਚ ਹੰਗਾਮਾ ਕਰਦੇ, ਸੈਸ਼ਨ ਨਾ ਚੱਲਣ ਦਿੰਦੇ ਵੀ ਪਹਿਲਾਂ ਤੁਸੀਂ ਪੰਜਾਬ ਦੇ ਹਾਲਾਤ ਠੀਕ ਕਰੋ, ਜਿਹੜੀਆਂ ਪੁਲਿਸ ਜ਼ਾਤੀਆਂ ਕਰ ਰਹੀ ਹੈ ਉਹ ਬੰਦ ਹੋਣ ਉੱਥੇ, ਜਾਂ ਦੂਜੇ ਪਾਸਿਓਂ ਵੀ ਹੁੰਦੀਆਂ ਨੇ ਵੀ ਕਿਸੇ ਤਰੀਕੇ ਨਾਲ ਜਿਹੜੇ ਹਾਲਾਤ ਨੇ ਕੰਟਰੋਲ 'ਚ ਲਿਆਂਦੇ ਜਾਣ ਨਾ। ਜੇਕਰ ਉੱਥੇ ਜਾ ਕੇ ਉਹ ਗੱਲ ਕਰਦੇ ਪਾਰਲੀਮੈਂਟ ਦੇ ਵਿੱਚ ਤਾਂ ਸਾਰਿਆਂ ਨੂੰ ਪਤਾ ਲੱਗਦਾ ਕਿ ਹਾਂ ਪੰਜਾਬ 'ਚ ਹੋ ਕੀ ਰਿਹਾ। ਉਹ ਵੀ ਉੱਥੇ ਆਪਣੇ ਕਿਰਪਾਨ ਦੇ ਮੁੱਦੇ 'ਤੇ ਅੜ ਗਏ ਅਤੇ ਲੋਕਾਂ ਦੀਆਂ ਜਿਹੜੀਆਂ ਮੁਸ਼ਕਿਲਾਂ ਸੀ ਉਹ ਸਾਰੇ ਦੇਸ਼ ਤੱਕ ਪਹੁੰਚੀਆਂ ਨਹੀਂ, ਕਿਉਂਕਿ ਉਦੋਂ ਜਿਹੜਾ ਮੀਡੀਆ ਸੀ ਇਸ ਤਰੀਕੇ ਦੇ ਨਾਲ, ਨਾ ਸੋਸ਼ਲ ਮੀਡੀਆ ਸੀ, ਨਾ ਇੰਨੇ ਚੈਨਲ ਸੀਗੇ। ਜਿਹੜਾ ਕੁਛ ਵੀ ਪ੍ਰਕਾਸ਼ਿਤ ਹੁੰਦਾ ਸੀ ਜਾਂ ਦੂਰਦਰਸ਼ਨ 'ਤੇ ਆਉਂਦਾ ਸੀ, ਸਾਰਾ ਹੀ ਫਿਲਟਰਡ ਆਉਂਦਾ ਸੀਗਾ। ਸੋ ਜਿਵੇਂ ਹੁਣ ਤੁਸੀਂ ਰਾਜੇ ਦੀ ਗੱਲ ਕੀਤੀ ਹੈ ਵੀ ਜਿਹੜੇ ਅੰਮ੍ਰਿਤਸਰ ਦੇ ਲੋਕੀ ਸੀ, ਜੇਕਰ ਉਹਨਾਂ ਨੇ ਤੁਹਾਨੂੰ ਹੁਣ ਐਡੇ ਵੱਡੇ ਦੂਜੇ ਸਿਆਸਤਦਾਨ ਨੂੰ ਤੁਸੀਂ ਹਰਾਇਆ ਔਰ ਉਸ ਤੋਂ ਬਾਅਦ ਤੁਸੀਂ ਜਿੱਤੇ ਹੋ, ਜੇਕਰ ਇੱਕ ਦਿਨ ਵੀ ਤੁਸੀਂ ਲੋਕ ਸਭਾ ਦੇ ਵਿੱਚ ਨਹੀਂ ਗਏ ਤਾਂ ਤੁਹਾਨੂੰ MP ਅਖਵਾਉਣ ਦਾ ਵੀ ਕਿੰਨਾ ਕੁ ਹੱਕ ਹੈਗਾ ਫਿਰ? ਹਾਂਜੀ ਬਿਲਕੁਲ, ਮੈਂ ਇਹਦੇ ਨਾਲ 2-3 ਗੱਲਾਂ ਹੋਰ ਵੀ ਜੋੜਦਾ ਕਰਨਵੀਰ ਜੀ। ਜਿਵੇਂ ਦੇਖੋ, ਆਪਾਂ ਸਿੱਖ ਧਰਮ 'ਚ ਵਿਸ਼ਵਾਸ ਕਰਦੇ ਹਾਂ ਤੇ ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਤੋਂ ਵਿੱਚ ਸਿੱਖ ਧਰਮ ਸੰਵਾਦ ਤੋਂ ਸ਼ੁਰੂ ਕੀਤਾ। ਉਹਨਾਂ ਨੇ ਜਾ ਕੇ ਸਿੱਧਾ ਨਾਲ ਗੋਸ਼ਟੀ ਕੀਤੀ, ਉਹ ਬਨਾਰਸ ਜਾ ਕੇ ਉੱਥੇ ਉਹਨਾਂ ਨੇ ਪੰਡਤਾਂ ਨੂੰ ਦੱਸਿਆ ਵੀ ਤੁਹਾਡੇ ਪਾਣੀ ਦੇਣਾ ਗਲਤ ਆ। ਤੇ ਉਸ ਤੋਂ ਬਾਅਦ ਉਹ ਬਗਦਾਦ ਗਏ, ਮੱਕੇ ਗਏ ਤੇ ਉੱਥੇ ਕਾਜ਼ੀਆਂ ਨਾਲ ਗੱਲਾਂ ਕੀਤੀਆਂ, ਸੰਵਾਦ ਰਚਾਇਆ, ਉਹਨਾਂ ਨੇ ਵਿਚਾਰ ਚਰਚਾ ਕੀਤੀ। ਸੋ ਜਿਹੜੀ ਵਿਧਾਨ ਸਭਾ ਹੁੰਦੀ ਹੈ ਇਹ ਵੀ ਵਿਚਾਰ ਚਰਚਾ ਹੁੰਦੀ ਹੈ। ਜਦ ਤੱਕ ਆਪਾਂ ਕਿਸੇ ਮਸਲੇ ਦੇ ਉੱਤੇ ਵਿਚਾਰ ਚਰਚਾ ਨਹੀਂ ਕਰਾਂਗੇ ਤਾਂ ਉਹਨੂੰ ਆਪਾਂ ਹੱਲ ਵੀ ਨਹੀਂ ਕਰ ਸਕਦੇ। ਸੋ ਇਹਦੇ ਨਾਲ ਇਹ ਦੂਜੀ ਗੱਲ ਜਿਹੜੀ ਇਹ ਮੈਂ ਪਹਿਲਾਂ ਗੱਲ ਕਰਕੇ ਹਟਿਆ ਵੀ ਹਾਜ਼ਰੀ ਦੀ, ਹਾਜ਼ਰੀ ਨਾਲ ਜਿਵੇਂ ਜੁੜੀ ਹੋਈ ਆ ਵੀ ਤਨਖਾਹਾਂ ਤੇ ਭੱਤੇ। ਸੋ ਆਪਣੇ ਪੰਜਾਬ ਦੇ ਵਿੱਚ ਬਹੁਤ ਰੌਲਾ ਕਿ ਬਾਦਲ ਸਾਹਿਬ ਪਤਾ ਨਹੀਂ ਕਿੰਨੀਆਂ ਪੈਨਸ਼ਨਾਂ ਲੈ ਰਹੇ ਹਨ। ਮੈਂ ਉਸ ਤੇ ਵੀ ਥੋੜਾ ਜਿਹਾ ਕੋਸ਼ਿਸ਼ ਕਰਨ ਦੀ, ਧਿਆਨ ਦੇਣ ਦੀ ਕੋਸ਼ਿਸ਼ ਕੀਤੀ। ਸੋ ਸਾਡੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜੇ MLA ਨੂੰ ਇੱਕ ਵਾਰੀ ਬਣ ਗਿਆ ਤਾਂ ਉਹਨੂੰ ਪੈਨਸ਼ਨ ਨਹੀਂ ਮਿਲਣੀ ਇੱਕ ਵਾਰੀ ਤੇ, ਘੱਟੋ ਘੱਟ ਉਹ 6 ਸਾਲ ਸਦਨ ਦਾ ਮੈਂਬਰ ਰਹੇ ਔਰ ਉਹਨੂੰ ਤਨਖਾਹ ਮਿਲਣੀ ਆ। ਤਨਖਾਹ ਦੇ ਵਿੱਚੋਂ 11% ਆਪਣੀ ਤਨਖਾਹ ਕਟਵਾਊਗਾ, ਜਿਵੇਂ ਕਿ ਮੈਂ ਐਜ਼ ਏ ਮੁਲਾਜ਼ਮ ਦੇ ਤੌਰ ਤੇ ਕਟਵਾਉਣਾ। ਸੋ ਉਹਦੇ ਵਿੱਚੋਂ ਉਹ ਸਰਕਾਰ ਕੰਟਰੀਬਿਊਟ ਕਰਕੇ ਉਹਨੂੰ 65 ਜਾਂ 70 ਸਾਲ ਤੋਂ ਬਾਅਦ ਉਹਦੀ ਪੈਨਸ਼ਨ ਲੱਗਣੀ ਹੈ, ਜਿਵੇਂ ਕਿ ਆਮ ਮੁਲਾਜ਼ਮ ਨੂੰ ਲੱਗਦੀ ਹੈ। ਸੋ ਮਤਲਬ ਬੜਾ ਦੁੱਖ ਹੁੰਦਾ।
ਮਨਪ੍ਰੀਤ ਬਾਦਲ ਦਾ ਹੀ ਮੈਂ ਕੱਲ ਪੰਜਾਬ ਦੀ ਵਿਧਾਨ ਸਭਾ ਦੀਆਂ ਕਾਰਵਾਈਆਂ ਪੜ੍ਹ ਰਿਹਾ ਸੀ, ਤੇ ਉਹਦੇ ਵਿੱਚ ਦੱਸਿਆ ਗਿਆ ਵੀ ਪੰਜਾਬ ਦੇ ਜਿਹੜੇ MLA ਆ ਇਹਨਾਂ ਨੂੰ ਟੈਕਸ ਵੀ ਨਹੀਂ ਦੇਣਾ ਪੈਂਦਾ, ਇਨਕਮ ਟੈਕਸ ਉਹ ਵੀ ਇਹਨਾਂ ਦਾ ਸਰਕਾਰ ਦਿੰਦੀ ਆ। ਅੱਛਾ ਜੀ। ਤਾਂ ਪਿਛਲੇ 5 ਸਾਲਾਂ ਦੇ ਵਿੱਚ ਲਗਭਗ 62-63 ਲੱਖ ਤੋਂ ਲੈ ਕੇ 70 ਲੱਖ ਤੱਕ ਪ੍ਰਤੀ ਸਾਲ ਦੇ ਹਿਸਾਬ ਨਾਲ MLA ਮੰਤਰੀਆਂ ਦਾ ਇਨਕਮ ਟੈਕਸ ਆ ਜਿਹੜਾ ਸਰਕਾਰ ਨੇ ਦਿੱਤਾ। ਜੀ ਜੀ ਜੀ। ਤੇ ਅੱਛਾ, ਮਨਪ੍ਰੀਤ ਬਾਦਲ ਦਾ ਮੈਂ ਗੱਲ ਪੂਰੀ ਕਰ ਲਾਂ। ਮਨਪ੍ਰੀਤ ਬਾਦਲ ਦਾ ਬਿਆਨ ਹੈ, ਲੋਕਾਂ ਨੇ ਜਦੋਂ ਸਵਾਲ ਕੀਤਾ ਵੀ ਤੁਸੀਂ ਇਹ ਕਿਉਂ ਕਹਿ ਰਹੇ ਹੋ ਇਨਕਮ ਟੈਕਸ, ਤਾਂ ਮਨਪ੍ਰੀਤ ਬਾਦਲ ਨੇ ਬੜੀ ਸਕੀਮ ਦੇ ਨਾਲ ਜਵਾਬ ਦਿੱਤਾ। ਕਹਿੰਦਾ ਜੀ ਕੈਪਟਨ CM ਦੀ ਤਨਖਾਹ ਤਾਂ 3 ਲੱਖ ਆ ਤੇ ਇਨਕਮ ਟੈਕਸ 17 ਲੱਖ ਆ। ਬਈ 17 ਲੱਖ ਤਾਂ ਸਾਲ ਦਾ ਇਨਕਮ ਟੈਕਸ ਹੋਇਆ, ਤਨਖਾਹ ਮਹੀਨੇ ਦੀ ਹੋਈ। ਜਵਾਬ ਦੇਣ ਦੇ ਢੰਗ 'ਚ ਫਰਕ ਆ। ਤੇ ਨਾਲੇ ਵੀ ਜਿਹੜਾ ਹੋਰ ਸਰੋਤਾਂ ਦਾ ਟੈਕਸ ਆ, ਜੇ ਉਹ ਕੋਈ ਉਹਨਾਂ ਦੀਆਂ ਹੋਰ ਪ੍ਰਾਪਰਟੀਜ਼ ਦਾ ਆਮਦਨ ਦੇ ਸੋਰਸ ਆ ਤਾਂ ਉਹ ਹੋਊਗਾ। ਪਰ ਜਿਵੇਂ ਆਪਾਂ ਪਿਛਲੇ ਪ੍ਰੋਗਰਾਮ 'ਚ ਗੱਲ ਕੀਤੀ ਸੀ ਵੀ ਕੋਈ ਚੋਰ ਨੂੰ ਪੁੱਛਣ ਵਾਲਾ ਨਹੀਂ, ਕੋਈ ਨਹੀਂ ਪੁੱਛਦਾ ਵੀ ਸਿਸਮਾਲਾ ਫਾਰਮ ਮੁੱਖ ਮੰਤਰੀ ਦੇ ਹੁੰਦੇ ਹੀ ਕਿਉਂ ਬਣਿਆ, ਅੱਗੇ ਪਿੱਛੇ ਕਦੇ ਕਿਉਂ ਨਹੀਂ ਬਣਿਆ ਜੀ। ਸੋ ਉਹ ਸਾਰੇ ਹਮਾਮ 'ਚ ਨੰਗੇ ਆ। ਹੁਣ ਜਿਵੇਂ ਚੱਲ ਰਹੀ ਆ ਗੱਲ, ਤੁਸੀਂ ਦੇਖਿਆ ਹੋਣੀ 1-2 ਦਿਨ ਦੇ ਮੁੱਖ ਮੰਤਰੀ ਚੰਨੀ ਦੇ ਉੱਪਰ ਇਲਜ਼ਾਮ ਲੱਗ ਰਿਹਾ। ਉਸ ਤੋਂ ਬਾਅਦ ਮਜੀਠੀਆ ਨੇ ਬੜੀ ਵੱਡੀ ਕਾਨਫਰੰਸ ਕਰਕੇ ਉਹਦੇ ਵਿੱਚ ਧਮਾਕੇ ਕੀਤੇ ਵੀ ਕਿਵੇਂ ਚੰਨੀ ਸਾਹਿਬ ਵੀ ਨਾਲ ਜੁੜੇ ਹੋਇਆ। ਤੇ ਸਾਰੇ ਪੰਜਾਬ ਨੂੰ ਪਤਾ ਵੀ ਸਾਰੇ ਦੇ ਸਾਰੇ MLA, ਸਾਰੇ ਦੇ ਸਾਰੇ ਮੰਤਰੀ ਰਲੇ ਹੋਏ ਆ, ਚਾਹੇ ਉਹ ਕਾਂਗਰਸ ਦੇ ਆ। 10 ਸਾਲ ਅਕਾਲੀਆਂ ਦੇ ਇਹਨਾਂ ਨੇ ਰੱਜ ਕੇ ਲੁੱਟਿਆ ਪੰਜਾਬ ਨੂੰ, ਬੱਸਾਂ ਦੇ ਰਾਹੀਂ, ਰੇਤਾਂ ਰਾਹੀਂ, ਸ਼ਰਾਬ ਰਾਹੀਂ। ਕੈਪਟਨ ਮੈਨੂੰ ਯਾਦ ਆ, ਮੈਂ ਉਹਦੇ ਲੁਧਿਆਣੇ ਯੂਨੀਵਰਸਿਟੀ 'ਚ ਹੁੰਦਾ ਸੀ ਤੇ ਪੰਜਾਬ ਦੇ ਵਿੱਚ ਜਦੋਂ ਕੈਪਟਨ ਦੀ 2002 'ਚ ਸਰਕਾਰ ਬਣੀ ਆ ਤਾਂ ਇਹ ਪੌਂਟੀ ਚੱਡੇ ਨੂੰ ਇਹ ਲੈ ਕੇ ਆਇਆ ਸੀ, ਸਾਰੇ ਪੰਜਾਬ ਦੇ ਵਿੱਚ ਠੇਕੇ ਨੇ ਦਿੱਤੇ ਸੀ, ਜਿਵੇਂ ਕਾਰਪੋਰੇਸ਼ਨ ਬਣਾ ਕੇ ਪ੍ਰਾਈਵੇਟਾਈਜ਼। ਸੋ ਆਪਾਂ ਨੂੰ ਇੱਕ ਜਿਹੜੀ ਸਵਾਦ ਦੀ ਹੋਰ ਵਧੀਆ ਉਦਾਹਰਨ ਆ ਵੀ ਹੁਣ ਆਪਣੇ ਕਿਸਾਨਾਂ ਨੇ ਐਡਾ ਵੱਡਾ ਸੰਘਰਸ਼ ਜਿੱਤਿਆ, ਉਹਨਾਂ ਨੇ ਸਰਕਾਰ ਨੂੰ ਮੇਜ਼ ਦੇ ਉੱਪਰ ਹਰਾਇਆ ਸੰਵਾਦ ਕਰਕੇ। ਉਹਨਾਂ ਨੇ ਦੱਸਿਆ ਵੀ ਤੁਹਾਡੇ ਕਾਨੂੰਨ ਕਿਵੇਂ ਗਲਤ ਆ। ਸੋ ਇਹੀ ਚੀਜ਼ ਜ਼ਰੂਰੀ ਹੈ ਵੀ ਵਿਧਾਨ ਸਭਾ ਦੇ ਵਿੱਚ ਕਿਸੇ ਵੀ ਮੁੱਦੇ ਦੇ ਉੱਪਰ ਚਰਚਾ ਹੋਵੇ, ਕਾਨੂੰਨ ਬਣਾਉਣ ਤੋਂ ਪਹਿਲਾਂ ਬਹਿਸ ਹੋਵੇ। ਹੁਣ ਦੇਖੋ ਐਤਕੀ ਇਹਨਾਂ ਨੇ ਜਦੋਂ ਹਲੇ ਮੈਨੂੰ ਲੱਗਦਾ ਕੈਪਟਨ ਮੁੱਖ ਮੰਤਰੀ ਸੀ ਤਾਂ ਇਹਨਾਂ ਨੇ ਜਿਹੜਾ ਬਿੱਲ ਪਾਸ ਕੀਤਾ 3 ਕਾਨੂੰਨਾਂ ਦੇ ਵਿਰੋਧ ਦੇ ਵਿੱਚ, ਉਸ ਦਿਨ ਇਹਨੇ ਆਪਣੇ MLA ਨੂੰ ਦਿਖਾਇਆ ਨਹੀਂ ਤੇ ਕੁਝ ਆਮ ਆਦਮੀ ਪਾਰਟੀ ਦੇ ਮੈਨੂੰ ਲੱਗਦਾ ਜਾਂ ਬੈਂਸ ਭਰਾ ਰਾਤ ਨੂੰ ਸਦਨ ਦੇ ਵਿੱਚ ਹੀ ਸੁੱਤੇ ਵੀ ਸਾਨੂੰ ਬਿੱਲ ਦਿਖਾਉਣ ਦਾ ਵਿਰੋਧ ਕੀਤਾ। ਦੱਸੋ ਕਿੰਨੀ ਮਾੜੀ ਗੱਲ ਆ ਇਹ ਵੀ ਤੁਸੀਂ ਕੱਲ ਨੂੰ ਦਿਖਾਉਣਾ ਹੈ ਤੇ ਉਹਨਾਂ ਨੂੰ ਪੜ੍ਹਨ ਦਾ ਕਿਉਂ ਨਹੀਂ ਮੌਕਾ? ਤੁਸੀਂ ਸਾਰੇ ਪੰਜਾਬ ਨੂੰ ਕਹੋ ਭਾਈ ਅਸੀਂ ਬਿੱਲ ਪਾਸ ਕਰਨਾ, ਤੁਸੀਂ ਆਪਣੀ ਇਨਪੁਟ ਦਵੋ ਤੇ ਉਹਨੂੰ ਚੰਗੀ ਤਰ੍ਹਾਂ। ਹੁਣ ਇਹਦੇ ਵਿੱਚ ਕੈਪਟਨ ਨੇ ਜਿਵੇਂ ਠੱਗੀ ਲਾਈ, ਜਿਵੇਂ ਇਹਨੇ ਪਾਣੀਆਂ ਦਾ ਮਸਲਾ ਉਹ ਆਪਣਾ ਜਿਹੜੇ ਸਮਝੌਤੇ ਸੀ ਰੱਦ ਕਰਨ ਵਾਲਾ ਬਿੱਲ ਪਾਸ ਕੀਤਾ, ਉਹਦੇ ਵਿੱਚ ਇੱਕ ਮੱਦ ਇਹ ਰੱਖਤੀ ਵੀ ਜਿੰਨਾ ਪੰਜਾਬ ਦਾ ਪਾਣੀ ਹੁਣ ਬਾਕੀ ਰਾਜਾਂ ਨੂੰ ਜਾ ਰਿਹਾ ਏਦਾਂ ਹੀ ਜਾਂਦਾ ਰਹੂ। ਅੱਛਾ ਜੀ। ਸੋ ਦੇਖੋ ਕਿੰਨੀ ਖਤਰਨਾਕ ਮੱਦ ਆ। ਜੀ ਇਸੇ ਕਰਕੇ ਮੈਂ ਇਹਦੇ ਪੁਆਇੰਟ ਤੇ ਵੀ ਆਉਣਾ, ਕਿਉਂਕਿ ਉਹ ਆਪਾਂ ਸਹੁੰ ਦੀ ਗੱਲ ਕਰਨੀ ਆ ਤੇ ਮੈਂ ਉਹ ਕਿਸੇ ਤਰੀਕੇ ਦੇ ਨਾਲ ਰਾਜੇ ਦੀ ਸਹੁੰ ਨੂੰ ਸੰਵਿਧਾਨ ਦੀ ਸਹੁੰ ਨਾਲ ਜੋੜ ਕੇ ਮੈਂ ਤੁਹਾਨੂੰ ਇੱਕ ਕੁਐਸਚਨ ਕਰਨਾ ਹੈ ਅੱਗੇ ਜਾ ਕੇ। ਪਰ ਉਸ ਤੋਂ ਪਹਿਲਾਂ ਮੈਂ ਪੁੱਛਣਾ ਚਾਹੁੰਦਾ ਵੀ ਜਿਵੇਂ ਆਪਾਂ ਸੰਵਿਧਾਨ ਦੇ ਦਿਨਾਂ ਦੀ ਗੱਲ ਕੀਤੀ ਹੈ, ਵੀ ਤੁਸੀਂ ਦੱਸਿਆ ਵੀ ਆਪਣੇ ਇੱਥੇ ਜਿਹੜੀ ਐਵਰੇਜ ਆ ਆਲਮੋਸਟ ਆਪਾਂ ਆਖ ਲਈਏ ਕਿ 80 ਤੋਂ ਅਬਵ ਹੈ ਜਿਹੜੀ ਸਾਲ ਦੇ ਵਿੱਚ ਸਦਨ ਦੀ ਕਾਰਵਾਈ ਹੁੰਦੀ ਹੈ। ਤੇ ਜੇ ਆਪਾਂ ਪੰਜਾਬ ਦੀ ਗੱਲ ਕਰ ਲਈਏ ਉੱਥੇ 68 ਦਿਨ ਪੂਰੇ 5 ਸਾਲਾਂ ਦੇ ਵਿੱਚ ਹੈ। ਉਹਦੇ ਵਿੱਚੋਂ ਵੀ ਜਿਹੜੀ ਫਰਲੋ ਉੱਥੇ ਮਾਰ ਲੈਂਦੇ ਨੇ, ਜਾਂਦੇ ਨਹੀਂ, ਪੂਰੀ ਹਾਜ਼ਰੀ ਨਹੀਂ ਲੱਗਦੀ। ਤੇ ਇੱਥੇ ਉਹਦਾ ਕੀ ਸਿਸਟਮ ਹੈ ਵੀ ਜੇਕਰ ਇੱਥੇ ਜਿਹੜਾ ਸਾਡਾ ਚੁਣਿਆ ਹੋਇਆ ਪ੍ਰਤੀਨਿਧ ਹੈ, ਜੇ ਉਹਨੇ ਐਬਸੈਂਟ ਹੋਣਾ ਤਾਂ ਉਹ ਆਪਣੀ ਮਨਮਰਜ਼ੀ ਨਾਲ ਹੀ ਘਰੇ ਬਹਿ ਸਕਦਾ ਹੈ ਜਾਂ ਫਿਰ ਉਹਦਾ ਕੋਈ ਪ੍ਰੋਪਰ ਪ੍ਰੋਸੀਜਰ ਹੈ? ਨਹੀਂ, ਇੱਥੇ ਉਹਨਾਂ ਨੂੰ ਮੈਂ ਜਿਵੇਂ ਪਹਿਲਾਂ ਦੱਸਿਆ ਵੀ ਉਹਨਾਂ ਨੂੰ ਆਪਣੀ 3 ਜਿਹੜੇ ਕੰਮ ਨੇ ਉਹਨਾਂ ਨੂੰ, ਜਿਹੜੇ MLA ਨੂੰ ਗਵਰਨ ਕਰਦੀ ਆ ਹਾਊਸ ਦੇ ਵਿੱਚ ਉਹਨਾਂ ਦੀ ਪਾਰਟੀ, ਤੇ ਜਿਹੜਾ ਪਾਰਟੀ ਦਾ ਵਿਪ ਹੁੰਦਾ ਜਾਂ ਲੀਡਰ ਆਫ ਰੂਲਿੰਗ ਪਾਰਟੀ ਜਾਂ ਆਪੋਜੀਸ਼ਨ ਆ, ਉਹਨਾਂ ਤੋਂ ਬਕਾਇਦਾ ਛੁੱਟੀ ਮਨਜ਼ੂਰ ਕਰਾਉਣੀ ਪੈਂਦੀ ਆ। ਮੇਰੇ ਦੋਸਤ ਮੈਨੂੰ ਦੱਸ ਰਹੇ ਸੀ ਵੀ ਜਿਵੇਂ ਉਹਨਾਂ ਨੇ ਟੀਕਾ ਲੱਗਿਆ ਤੇ ਕੋਵਿਡ ਦਾ ਤੇ ਉਹਨਾਂ ਨੂੰ ਬੁਖਾਰ ਚੜ ਗਿਆ, ਤਾਂ ਉਹਨਾਂ ਨੇ ਇੱਕ ਦਿਨ ਪਹਿਲਾਂ ਦੱਸਿਆ ਵੀ ਕੱਲ ਨੂੰ ਮੈਂ ਅੱਜ ਟੀਕਾ ਲਵਾਉਣਾ, ਮੈਨੂੰ ਹੋ ਸਕਦਾ ਬੁਖਾਰ ਚੜ ਜਾਏ ਤੇ ਮੈਂ ਸਦਨ 'ਚ ਨਾ ਆ ਸਕਾਂ। ਜੀ। ਸੋ ਨਹੀਂ, ਬਹੁਤ ਵਧੀਆ। ਪੰਜਾਬ ਦੇ ਵਿੱਚ ਮੇਰੇ ਹਿਸਾਬ ਨਾਲ ਕੋਈ ਨਿਯਮ ਨਹੀਂ, ਇਹਦਾ ਕੋਈ ਕੁਛ ਨਹੀਂ। ਤੇ ਆਪਾਂ ਸੰਵਿਧਾਨ ਦੀ ਸਹੁੰ ਦੀ ਆਪਾਂ ਗੱਲ ਕਰਦੇ ਸੀ ਜੀ। ਇਹਦੇ ਨਾਲ ਜੁੜੀ ਵੀ ਇੱਕ ਗੱਲ ਦੱਸਾਂ, ਤੇ ਉਹੀ ਮੇਰੇ ਦੋਸਤ ਜਦੋਂ ਇੰਡੀਆ ਗਏ ਤੇ ਉਹ ਪੰਜਾਬ ਵਿਧਾਨ ਸਭਾ ਵੀ ਗਏ ਤੇ ਉੱਥੇ ਉਹਨਾਂ ਨੂੰ ਪੁੱਛਿਆ ਵੀ ਤੁਹਾਡੇ ਇੱਥੇ MLA ਦੀ ਹਾਜ਼ਰੀ ਦਾ ਹੁੰਦਾ? ਉਹ ਤਾਂ ਉੱਥੇ ਜਿਹੜੇ ਮੌਜੂਦ ਅਧਿਕਾਰੀ ਜਾਂ MLA ਸੀ, ਮੈਨੂੰ ਹੁਣ ਨਾਂ ਨਹੀਂ ਯਾਦ, ਤੇ ਉਹਨਾਂ ਨੇ ਮੌਕੇ ਤੇ ਕਿਹਾ ਵੀ ਸਾਡੇ ਹਾਜ਼ਰੀ ਫੂਜਰੀ ਵਾਲਾ ਕੋਈ ਚੱਕਰ ਨਹੀਂ, MLA ਸਾਹਿਬ ਦਾ ਜੀ ਕਰਦਾ ਆਉਣਗੇ, ਜੇ ਨਹੀਂ ਕਰਦਾ ਤਾਂ ਨਹੀਂ ਆਉਣਗੇ। ਨਹੀਂ, ਆਪਣੇ ਉਹ ਸਾਰੇ ਇਸੇ ਗੱਲਾਂ ਕਰਕੇ ਅਖਾਣ ਮਸ਼ਹੂਰ ਨੇ ਨਾ ਵੀ ਤੂੰ MLA ਲੱਗਿਆ ਵੀ ਜਦੋਂ ਜੀ ਕਰਦਾ ਆਉਣਾ, ਜੀ ਕਰਦਾ ਨਹੀਂ ਆਉਂਦਾ ਨਾ।
ਤੇ ਹੁਣ ਸੰਵਿਧਾਨ ਦੀ ਜੇ ਹਾਂਜੀ ਆਪਾਂ ਹਾਂਜੀ ਗੱਲ ਕਰੀਏ ਵੀ ਰਾਜਾ ਸਾਹਿਬ ਨੇ ਹੁਣ ਕਾਨਫਰੰਸ ਕੀਤੀ ਆ ਇਲੈਕਸ਼ਨਸ ਦੇ ਵਿੱਚ, ਜਿਹਦੇ ਵਿੱਚ ਉਹਨਾਂ ਨੇ ਆਖਿਆ ਕਿ ਜਿਹੜੇ ਸਾਡੇ ਰੇਤੇ ਦੀ ਗੱਲ ਹੋ ਰਹੀ ਹੈ, ਜਿਹਦੇ ਵਿੱਚ ਤੁਸੀਂ ਜ਼ਿਕਰ ਕੀਤਾ ਕਿ ਮਜੀਠੀਆ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਹੈ, ਉਹਦੇ ਵਿੱਚ ਚੰਨੀ ਦਾ ਨਾਮ ਛਾਲਿਆ ਗਿਆ। ਔਰ ਉਹਦੇ ਵਿੱਚ ਜਿਹੜੀ ਰਾਜਾ ਸਾਹਿਬ ਨੇ ਕਾਨਫਰੰਸ ਕੀਤੀ ਹੈ ਉਹਦੇ ਵਿੱਚ ਉਹਨਾਂ ਨੇ ਆਖਿਆ ਕਿ ਮੈਨੂੰ ਪਤਾ ਸੀ ਕਿ ਇਹ ਬੰਦੇ ਨੇ ਇਹ ਰੇਤੇ ਦੀ ਜਿਹੜੀ ਹੈ ਇਹ ਠੱਗਾ ਠੋਰੀ ਕਰ ਰਹੇ ਨੇ। ਤੇ ਕਹਿੰਦੇ ਵੀ ਸੋਨੀਆ ਗਾਂਧੀ ਨੂੰ ਇਹ ਗੱਲ ਪਤਾ ਲੱਗੀ ਤੇ ਸੋਨੀਆ ਗਾਂਧੀ ਨੇ ਮੈਨੂੰ ਫੋਨ ਕੀਤਾ ਕਿ ਮੈਨੂੰ ਪਤਾ ਲੱਗਿਆ ਵੀ ਇੱਥੇ ਰੇਤ ਦੀ ਆਹ ਧਾਂਦਲੀ ਚੱਲ ਰਹੀ ਹੈ, ਮਾਈਨਿੰਗ, ਇਲੀਗਲ ਮਾਈਨਿੰਗ ਹੋ ਰਹੀ ਹੈ। ਤਾਂ ਕਹਿੰਦੇ ਮੈਂ ਕਿਹਾ ਹਾਂ ਮੈਡਮ ਮੈਨੂੰ ਪਤਾ ਹੋ ਰਹੀ ਹੈ। ਤੇ ਕਹਿੰਦੇ ਵੀ ਉਹਨਾਂ ਨੇ ਮੈਨੂੰ ਆਖਿਆ ਕਿ ਜੇ ਹੋ ਰਹੀ ਹੈ, ਜੇ ਤੁਹਾਨੂੰ ਪਤਾ ਵੀ ਤੁਸੀਂ ਕੀ ਕਰ ਰਹੇ ਹੋ, ਕੀ ਕਰਨਾ ਇਹਦੇ ਸੰਬੰਧ 'ਚ। ਤੇ ਕਹਿੰਦੇ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਗ੍ਰਿਫਤਾਰ ਕਰ ਲਵਾਂ ਇਹ ਸਾਰੇ ਮੰਤਰੀ। ਕਹਿੰਦੇ ਅੱਗੋਂ ਉਹਨਾਂ ਨੇ ਚੁੱਪ ਵੱਟ ਲਈ। ਔਰ ਉੱਥੇ ਜਿਹੜੇ ਪ੍ਰੈਸ ਦੇ ਮੌਜੂਦ ਲੋਕੀ ਸੀ ਉਹਨਾਂ ਨੇ ਫਿਰ ਉਹਨਾਂ ਨੂੰ ਕਿਹਾ ਵੀ ਤੁਸੀਂ ਇਹਦਾ ਮਤਲਬ ਪੰਜਾਬ ਦੀ ਬਿਹਤਰੀ ਬਾਰੇ ਨਹੀਂ ਸੋਚਿਆ, ਤੁਸੀਂ ਆਪਣੀ ਪਾਰਟੀ, ਆਪਣੇ ਪ੍ਰੈਜ਼ੀਡੈਂਟ ਬਾਰੇ ਸੋਚਿਆ। ਪਰ ਜਦ ਤੁਸੀਂ ਸਹੁੰ ਖਾਧੀ ਹੈ, ਜਦੋਂ ਤੁਸੀਂ ਸਹੁੰ ਖਾਧੀ ਹੈ, ਮੁੱਖ ਮੰਤਰੀ ਤੁਸੀਂ ਬਣੇ ਹੋ, ਤੁਸੀਂ ਪੰਜਾਬ ਦੇ ਹਿੱਤਾਂ ਦੀ ਸਹੁੰ ਖਾਧੀ ਸੀ ਉਦੋਂ। ਸੋ ਜਿਹੜੀਆਂ ਸਹੁੰਆਂ ਨੇ ਬਿਲਕੁਲ ਸਿਰਫ ਤਨਵੀਰ ਜੀ। ਸਹੁੰ ਖਾਣ ਤੱਕ ਹੀ ਰਹਿ ਜਾਂਦੀਆਂ ਨੇ ਕਿ ਉਹ ਸਿਰਫ ਇੱਕ ਜਿੱਦਾਂ ਬਣਾਇਆ ਹੁੰਦਾ ਵੀ ਹਾਂ ਰੈਗੂਲਰ ਅਸੀਂ ਸਹੁੰ ਖਾਣੀ ਹੈ, ਵੀ ਇੱਕ ਇਹ ਪ੍ਰਤੀਕਰਨ ਅਸੀਂ ਕਰਨਾ ਹੈ ਜਾਂ ਇਹਦੇ ਵਿੱਚ ਦੀ ਲੰਘਣਾ ਹੈ ਅਸੀਂ, ਵੀ ਇੱਕ ਵਾਰੀ ਸਹੁੰ ਖਾ ਲਈ ਤੇ ਉਹਦੇ ਜਿਹੜੇ ਮਾਇਨੇ ਨੇ, ਮਤਲਬ ਨੇ, ਉਹ ਬਿਲਕੁਲ ਵਿਸਾਰ ਦਿੱਤੇ ਜਾਂਦੇ ਨੇ। ਸੋ ਉਹਦੇ ਉੱਤੇ ਮੈਂ ਤੁਹਾਡੇ ਵਿਚਾਰ ਜਾਣਨੇ ਚਾਹੁੰਦਾ। ਦੇਖੋ ਜੀ ਕਰਨਵੀਰ ਜੀ, ਬੜਾ ਵਧੀਆ ਤੁਸੀਂ ਮੁੱਦਾ ਛੋਇਆ ਵੀ ਸਹੁੰ ਖਾਣ ਦਾ ਮਤਲਬ ਕੀ ਆ, ਸੰਵਿਧਾਨ ਦੀ ਸਹੁੰ ਖਾਣੀ ਜਾਂ ਗੁਰ ਦੀ ਸਹੁੰ ਖਾਣੀ ਜਾਂ ਗੁਰਦੁਆਰੇ ਜਾ ਕੇ ਸਹੁੰ ਖਾਣੀ। ਸੋ ਇਹ ਮੈਂ ਦੋਨਾਂ ਨੂੰ ਇੱਥੇ ਇਕੱਠੇ ਹੀ ਕਰਦਾ, ਕੈਪਟਨ ਤੇ ਬਾਦਲ ਨੂੰ। ਦੋਨਾਂ ਨੇ ਸੰਵਿਧਾਨ ਦੀਆਂ ਸਹੁੰ ਖਾ ਕੇ ਵੀ ਮੁੱਕਰੇ, ਦੋਨੋਂ ਗੁਟਕਾ ਸਾਹਿਬ ਤਾਂ ਗੁਰੂ ਗ੍ਰੰਥ ਸਾਹਿਬ ਦੀਆਂ ਸਹੁੰ ਖਾ ਕੇ ਵੀ ਮੁੱਕਰੇ। ਜੀ ਤੇ ਦੋਨਾਂ ਨੇ ਹੀ ਪਿਛਲੇ 25 ਸਾਲਾਂ ਚ ਪੰਜਾਬ ਨੂੰ, ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਵੀ ਕਿਵੇਂ ਨਿਘਾਰ ਆਇਆ, ਜਿਹੜਾ ਮਤਲਬ ਵੀ ਕਿਵੇਂ ਸੈਸ਼ਨ ਦੇ ਦਿਨ ਵੀ ਇਹਨਾਂ ਦੇ ਕਾਰਜਕਾਲ ਦੌਰਾਨ ਹੀ ਘਟਿਆ ਹੈ। ਜਾਣੀ ਕਿ ਤੇ ਉਹਦੇ ਵਿੱਚ ਹੁਣ ਦੇਖੋ, ਸੰਵਿਧਾਨ ਦੀ ਸਹੁੰ ਖਾ ਕੇ ਇੱਕ ਤਾਂ ਇਹ ਹੁੰਦਾ ਵੀ ਮੈਂ ਆਪਣੇ ਦੇਸ਼ ਦੀ ਸੇਵਾ ਕਰੂੰਗਾ, ਇਹਨਾਂ ਦੇ ਲੋਕਾਂ ਖਾਤਰ ਚੰਗੇ ਕਰੂੰਗਾ। ਦੂਸਰੀ ਸਹੁੰ ਇਹ ਖਾਂਦੇ ਆ ਵੀ ਮੈਂ ਜਿਹੜੇ ਗੁੱਜੇ ਭੇਤ ਸਰਕਾਰੀ ਆ ਉਹ ਕਿਸੇ ਨੂੰ ਦਊਂਗਾ ਨਹੀਂ। ਤੇ ਉਹਦੇ ਨਾਲ ਹੀ ਜੁੜਿਆ ਹੈ ਕੌਨਫਲਿਕਟ ਆਫ ਇੰਟਰਸਟ। ਸੋ ਜੀ ਮਤਲਬ ਵੀ ਜੇ ਮੇਰਾ ਸ਼ਰਾਬ ਦਾ ਕੰਮ ਆ ਤਾਂ ਮੈਂ ਸ਼ਰਾਬ ਦੇ ਮੰਤਰੀ ਜਾਂ ਐਕਸਾਈਜ਼ ਡਿਪਾਰਟਮੈਂਟ ਨਾਲ ਨਹੀਂ ਕਰੂੰਗਾ। ਜੇ ਮੇਰੀ ਕੋਈ ਦਰਖਤਾਂ ਦੀ ਕਟਾਈ ਦਾ ਕੰਮ ਆ ਤਾਂ ਮੈਂ ਜੰਗਲਾਤ ਮਹਿਕਮੇ ਨਾਲ ਨਹੀਂ ਕਰੂੰਗਾ ਜੀ। ਸੋ ਕੈਪਟਨ ਨੇ ਜਿਵੇਂ ਹੁਣ ਰੀਸੈਂਟ ਜਿਹੜੀ ਇਹ ਗੱਲਬਾਤ ਤੁਸੀਂ ਭੂਮਿਕਾ ਦੱਸੀ, ਉਹਦੇ ਵਿੱਚ ਮੈਨੂੰ ਲੱਗਦਾ ਆਪਣੇ ਵੱਲੋਂ ਬਚਣ ਖਾਤਰ ਉਹਨੇ ਸੋਨੀਆ ਗਾਂਧੀ ਦਾ ਨਾਂ ਲਾਇਆ ਤਾ, ਪਰ ਚੋਰੀ ਤਾਂ ਕੈਪਟਨ ਨੇ ਹੀ ਕੀਤੀ ਤੇ ਇਹਦੇ ਮੰਤਰੀ ਮੰਡਲ ਨੇ ਹੀ ਕੀਤੀ ਆ। ਜਦੋਂ ਇਹਨੇ ਦੇਖੋ, ਯਾਦ ਹੋਊਗਾ ਤੁਹਾਨੂੰ ਕੈਪਟਨ ਦਾ, ਵੀ ਜਦੋਂ ਪਾਣੀਆਂ ਦੇ ਮੁੱਦਿਆਂ ਤੇ ਇਹਨੇ ਬਿੱਲ ਪਾਸ ਕੀਤਾ ਸੀ, ਉਦੋਂ ਕਿਹੜੇ ਇਹਨੇ ਸੈਂਟਰ ਨੂੰ ਪੁੱਛ ਕੇ ਕੀਤਾ ਸੀ। ਜੀ 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 ਬਿਲਕੁਲ 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 100% ਜੀ। ਮਤਲਬ ਜਾਨੀ ਕੈਪਟਨ ਦੇ ਬਾਰੇ ਮਸ਼ਹੂਰ ਆ ਵੀ ਇਹ ਦਿੱਲੀ ਵਾਲੇ ਹਾਈ ਕਮਾਂਡ ਦੇ ਬਹੁਤ ਬੰਦਿਆਂ ਦੇ ਫੋਨ ਵੀ ਨਹੀਂ ਚੱਕਦਾ ਸੀਗਾ ਮਤਲਬ। ਸੋ ਇਸ ਕਰਕੇ ਇਹਨੇ ਆਪ ਵੀ ਪੈਸਾ ਖਾਦਾ, ਇਹਦੇ ਮੰਤਰੀਆਂ ਨੇ ਵੀ ਪੈਸਾ ਖਾਦਾ ਤੇ ਇਹਦੇ ਐਮਐਲਏ ਨੇ ਵੀ ਪੈਸਾ ਖਾਦਾ ਸੀ। ਇਹ ਬਹੁਤ ਵੱਡੇ ਢੰਗ ਨਾਲ ਦੋਸ਼ੀ ਆ। ਇਹਨੇ ਸੰਵਿਧਾਨ ਦੀ ਸਹੁੰ ਖਾ ਕੇ ਉਹਦੇ ਤੋਂ ਮੁੱਕਰਿਆ। ਇਹਦੀ ਫਰਜ਼ ਬਣਦਾ ਸੀ ਜਿਹੜਾ ਸੰਵਿਧਾਨ ਦੇ ਮੁਤਾਬਕ, ਕਿ ਜਿਹਨੂੰ ਪਤਾ ਲੱਗਿਆ ਸੀ ਚੋਰੀ ਕਰਦੇ ਆ। ਇਹ ਹੁਣ ਰੌਲਾ ਪੈ ਰਿਹਾ ਵੀ 32 ਜਾਂ 36 ਬੰਦਿਆਂ ਦੀਆਂ ਫਾਈਲਾਂ ਜਾ ਕੇ ਇਹਨੇ ਬੀਜੇਪੀ ਨੂੰ ਦਿੱਤੀਆਂ। ਸੋ ਉਹ ਫਾਈਲਾਂ ਇਹਨੂੰ ਕੋਰਟ ਨੂੰ ਦੇਣੀਆਂ ਚਾਹੀਦੀਆਂ ਸੀ, ਵਿਧਾਨ ਸਭਾ 'ਚ ਪੇਸ਼ ਹੋਣੀਆਂ ਚਾਹੀਦੀਆਂ ਸੀ। ਆ ਫਲਾਣੇ ਬੰਦੇ ਚੋਰ ਆ ਤੇ ਇਹਨਾਂ ਦੀ ਜਾਂਚ ਹੋਵੇ ਤਾਂ ਕਿ ਇਹ ਗਾਂ ਖਾਤਰ ਇਹ ਕੋਡ ਵੱਢਿਆ ਜਾ ਸਕੇ। ਪਰ ਕਿਉਂਕਿ ਪੈਸੇ ਹਰੇਕ ਦੇ ਘਰ ਨੂੰ ਆਉਂਦੇ ਆ, ਚੰਗੇ ਲੱਗਦੇ ਆ ਤੇ ਕੋਈ ਵੀ ਜਵਾਬ ਨਹੀਂ ਦਿੰਦਾ, ਮੈਂ ਰੂਈ ਨਹੀਂ ਬਣਿਆ ਸੀ ਸਵਾਲ। ਦੂਸਰੀ ਗੱਲ ਸਹੁੰ ਖਾਣ ਤੋਂ ਮੁੱਕਰਨ ਦੀ। ਹੁਣ ਦੇਖੋ, ਜਿਹੜਾ ਗੁਟਕਾ ਸਾਹਿਬ ਦੀ ਵੀ ਸਹੁੰ ਖਾਧੀ ਗਈ ਸੀ ਉਦੋਂ ਕਿ ਨਸ਼ਾ ਪੰਜਾਬ, ਉਹੀ ਗੱਲ ਜੋੜਨ ਲੱਗਿਆ ਸੀ। ਦੂਸਰਾ ਮੁੱਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਨਾਲ ਜੁੜਿਆ ਹੋਇਆ ਤੇ ਨਾਲ ਦੀ ਨਾਲ ਜਿਹੜਾ ਹੈਗਾ ਪੰਜਾਬ ਦੇ ਵਿੱਚ ਨਸ਼ਿਆਂ ਨੂੰ ਠੱਲ ਪਾਉਣ ਦੇ ਮੁੱਦੇ ਤੇ। ਸੋ ਜਦੋਂ 5 ਸਾਲ ਪਹਿਲਾਂ ਕੈਪਟਨ ਨੇ ਰੈਲੀ ਕੀਤੀ ਬਠਿੰਡੇ ਇਲਾਕੇ ਦੇ ਵਿੱਚ, ਤਾਂ ਉੱਥੇ ਇਹਨੇ ਸਟੇਜ ਤੇ ਗੁਟਕਾ ਸਾਹਿਬ ਫੜ ਕੇ ਦਮਦਮਾ ਸਾਹਿਬ ਵੱਲ ਨੂੰ ਮੂੰਹ ਕਰਕੇ ਇਹਨੇ ਸਹੁੰ ਖਾਧੀ ਵੀ ਮੈਂ ਨਸ਼ੇ ਦਾ ਲੱਕ ਤੋੜ ਦੂੰਗਾ, ਮੈਂ ਜਿਹੜੀਆਂ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਂਗਾ। ਤੇ ਇਹ 4:30 ਆ ਕੇ ਆਪਣੇ ਮਹਿਲ ਦੇ ਵਿੱਚੋਂ ਨਿਕਲੇ ਤੇ ਇਹਨੇ ਸਗੋਂ ਉਹਨਾਂ ਜਿਹੜੀਆਂ ਚੱਲ ਰਹੀਆਂ ਜਾਂਚ ਪ੍ਰਕਿਰਿਆਵਾਂ ਸੀ ਜਾਂ ਕਮੇਟੀਆਂ ਸੀਗੀਆਂ, ਸਗੋਂ ਉਹਨਾਂ ਨੂੰ ਨਕਾਰਾ ਕਰਨ ਦੀ ਕੋਸ਼ਿਸ਼ ਕੀਤੀ। ਸੋ ਇਹ ਸਹੁੰ ਖਾਣ ਤੋਂ ਮੁੱਕਰੇ ਹੋਏ ਹਨ ਤੇ ਇਹਨਾਂ ਦਾ ਸਿਰਫ ਇੱਕੋ ਤੇ ਇੱਕੋ ਜਿਹੜਾ ਇਹਨਾਂ ਦਾ ਮੋਟਿਵ ਕਹਿ ਲਈਏ, ਉਦੇਸ਼ ਆ, ਜਿਹੜਾ ਮੈਂ ਕੋਸ਼ਿਸ਼ ਕਰਦਾ ਹੁੰਦਾ ਵੀ ਪੰਜਾਬੀ ਦੇ ਅੱਖਰ ਵਰਤੇ ਜਾਣ, ਉਹ ਅੜ ਜਾਂਦੇ ਆ ਕਈ ਵਾਰੀ। ਤੇ ਜਿਹੜਾ ਇਹਨਾਂ ਦਾ ਉਦੇਸ਼ ਆ ਵੀ ਘਰ ਨੂੰ ਪੈਸੇ ਕਿਵੇਂ ਕਮਾਏ ਜਾਣ, ਆਪਣੇ ਪਰਿਵਾਰ ਨੂੰ ਕਿਵੇਂ ਸਿਆਸਤ ਦੇ ਵਿੱਚ ਤਰੱਕੀ ਬਖਸ਼ੀ ਜਾਵੇ। ਸੋ ਪੰਜਾਬ ਤੇ ਪੰਜਾਬੀਅਤ ਨਾਲ ਇਹਨਾਂ ਨੂੰ ਕੋਈ ਨਹੀਂ। ਏਦਾਂ ਜੇ ਮੈਂ ਥੋੜਾ ਪਿੱਛੇ ਜਾਵਾਂ ਤੇ
ਜਦੋਂ ਧਰਮ ਯੁੱਧ ਮੋਰਚਾ ਲੱਗਿਆ 84 ਤੋਂ ਪਹਿਲਾਂ, ਤਾਂ ਉਹ ਬਾਦਲ ਸਾਹਿਬ ਨੇ ਵੀ ਸਹੁੰ ਖਾਦੀ ਜੀ ਵੀ ਜੇ ਦਰਬਾਰ ਸਾਹਿਬ 'ਚ ਫੌਜ ਆ ਗਈ ਤਾਂ ਅਸੀਂ ਮਰਜੀਵੜੇ ਬਣਾਂਗੇ, ਤੇ ਮਰਜੀਵੜੇ ਜੀ ਬਣ ਕੇ ਸਹੁੰ ਖਾਦੀ ਸੀ। ਮੁੱਕਰੇ ਉਹ ਵੀ ਆ, ਮੁੱਕਰੇ ਇਹ ਵੀ ਆ। ਹਾਂਜੀ, ਸਾਰੇ ਜਿਹੜੇ ਸਮੇਂ ਦੇ ਨਾਲ ਨਾਲ ਇਹਨਾਂ ਨੇ ਆਪਾਂ ਨੂੰ ਆਪਣੇ ਆਪ ਨੂੰ ਬਚਾਇਆ ਹੀ ਹੈ। ਚਾਹੇ ਜੇ ਪੰਜਾਬ ਦੇ ਵਿੱਚ ਕਾਲਾ ਦੌਰ ਚੱਲਦਾ ਰਿਹਾ, ਉਦੋਂ ਬੱਚੇ ਆਪਣੇ ਸਾਰਿਆਂ ਨੇ ਬਾਹਰ ਪੜ੍ਹਾਏ ਨੇ ਕਿ ਸਾਨੂੰ ਇਹਨਾਂ ਨੂੰ ਕਿਤੇ ਤੱਤੀ ਵਾਹ ਨਾ ਲੱਗੇ। ਉਹ ਤਾਂ ਹਰੇਕ ਮਾਂ ਪਿਓ ਨੂੰ ਹੀ ਬੱਚੇ ਪਿਆਰੇ ਹੁੰਦੇ ਨੇ, ਪਰ ਉਦੋਂ ਉਸ ਜਿਹੜਾ ਸੰਤਾਪ ਪੰਜਾਬ ਨੇ ਹੰਢਾਇਆ, ਉਹਦੇ ਵਿੱਚ ਬਹੁਤ ਸਾਰੀਆਂ ਮਾਵਾਂ ਨੇ ਆਪਣੇ ਪੁੱਤ ਗਵਾਏ ਨੇ, ਬਹੁਤ ਨੁਕਸਾਨ ਹੋਇਆ ਪੰਜਾਬ ਦਾ। ਅਸੀਂ ਇੰਨੀ ਦੂਰ ਬੈਠੇ ਪੰਜਾਬ ਲਈ ਤਾਂ ਹਮੇਸ਼ਾ ਕਾਮਨਾ ਇਹੀ ਕਰਦੇ ਹੁੰਦੇ ਹਾਂ ਕਿ ਸਾਡੇ ਜਿਹੜੇ ਉਹ ਵਤਨ ਹੈ ਉੱਥੇ ਠੰਡੀਆਂ ਹਵਾਵਾਂ, ਪਿਆਰ ਦੀਆਂ ਹਵਾਵਾਂ ਵਗਣ। ਪਰ ਰਿਸ਼ਤਿਆਂ ਦੇ ਵਿੱਚ ਉੱਥੇ ਵੀ ਹੁਣ ਥੋੜ੍ਹਾ ਬਾਲਾ ਜਿਹੜਾ ਨਿਗਾਰ ਆ ਰਿਹਾ, ਲੋਕੀ ਇੱਕ ਦੂਜੇ ਤੋਂ ਦੂਰ ਜਾ ਰਹੇ ਨੇ। ਜਿਵੇਂ ਪਹਿਲਾਂ ਚਾਅ ਹੁੰਦਾ ਸੀ ਨਾਨਕਿਆਂ ਦਾ, ਦਾਦਕਿਆਂ ਦਾ, ਉਹ ਘਟ ਗਿਆ। ਇਹਨਾਂ ਵਿਸ਼ਿਆਂ ਉੱਤੇ ਵੀ ਅਸੀਂ ਜ਼ਰੂਰ ਤੁਹਾਡੇ ਨਾਲ ਚਰਚਾ ਕਰਿਆ ਕਰਾਂਗੇ। ਡਾਕਟਰ ਸਾਹਿਬ ਦੀਆਂ ਗੱਲਾਂ ਬਹੁਤ ਵਧੀਆ ਲੱਗਦੀਆਂ ਨੇ ਸੁਣਦੇ, ਇਹਨਾਂ ਤੋਂ ਬਹੁਤ ਸਾਰੀ ਜਾਣਕਾਰੀ ਸਾਨੂੰ ਦਿੰਦੇ ਨੇ ਇਹ। ਸੋ ਸਾਡਾ ਇਹ ਪ੍ਰੋਗਰਾਮ ਸਮੇਂ ਦੀ ਗੱਲ ਅੱਜ ਦੇ ਵੀਕ ਦਾ ਸਾਡਾ ਸਮਾਂ ਇੱਥੇ ਸਮਾਪਤ ਹੈ। ਸੋ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੇ ਸਾਡੇ ਅਗਲੇ ਆਉਣ ਵਾਲੇ ਪ੍ਰੋਗਰਾਮ ਨੇ, ਇੱਕ ਨਿਯਤ ਸਮਾਂ ਕਰਕੇ ਅਸੀਂ ਸਾਡੇ ਜਿਹੜੇ ਦਰਸ਼ਕ ਸਰੋਤੇ ਜਿਨ੍ਹਾਂ ਨੇ ਪਿਛਲੇ ਪ੍ਰੋਗਰਾਮ ਨੂੰ ਸਰਾਹਿਆ, ਔਰ ਉਮੀਦ ਕਰਦੇ ਹਾਂ ਤੁਸੀਂ ਅੱਜ ਦਾ ਪ੍ਰੋਗਰਾਮ ਵੀ ਬਹੁਤ ਪਸੰਦ ਕਰੋਗੇ। ਸੋ ਅਸੀਂ ਆਪਣੇ ਪਲੇਟਫਾਰਮ ਦੇ ਉੱਤੇ ਇਹ ਸ਼ੇਅਰ ਕਰ ਦਿੰਦੇ ਹਾਂ। ਤੁਸੀਂ YouTube ਦੇ ਜ਼ਰੀਏ ਜਾਂ Facebook ਦੇ ਜ਼ਰੀਏ ਸਾਡਾ ਇਹ ਪ੍ਰੋਗਰਾਮ ਦੇਖ ਸਕਦੇ ਹੋ। ਜੇਕਰ ਤੁਹਾਨੂੰ ਚੰਗਾ ਲੱਗਦਾ, ਪਸੰਦ ਆਉਂਦਾ, ਤਾਂ ਤੁਸੀਂ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ। ਸੋ ਡਾਕਟਰ ਸਾਹਿਬ, ਅੱਜ ਦੇ ਪ੍ਰੋਗਰਾਮ ਨੂੰ ਕਰੀਏ ਸਮਾਪਤ। ਕੋਈ ਆਖਰੀ ਬੋਲ ਤੁਸੀਂ ਕਹਿਣੇ ਚਾਹੋ? ਆਖਰੀ ਬੋਲ ਮੇਰੀ ਬੇਨਤੀ ਆ ਪੰਜਾਬੀਆਂ ਨੂੰ ਵੀ, ਜੇ ਆਪਾਂ ਨੇ ਪੰਜਾਬ ਸੁਧਾਰਨਾ, ਚਾਹੇ ਇੱਥੇ ਬੈਠੇ ਆ ਤੇ ਚਾਹੇ ਪੰਜਾਬ ਦੇ ਵਿੱਚ ਬੈਠੇ ਆ, ਵੀ ਆਪਾਂ ਨੂੰ ਜਿਹੜੇ ਅਸਲ ਮੁੱਦੇ ਆ ਉਹਨਾਂ ਬਾਰੇ ਗੱਲ ਕਰਨੀ ਚਾਹੀਦੀ ਆ, ਨਾ ਕਿ ਵੀ ਕਿਹੜਾ ਕਿੱਥੋਂ ਖੜਾ ਹੋ ਗਿਆ। ਕਿਉਂਕਿ ਜਿਹੜਾ ਅੱਜ ਆਪਾਂ ਮੁੱਦਾ ਡਿਸਕਸ ਕੀਤਾ, ਇਹ ਸਾਰੇ ਕਾਸੇ ਲਈ ਬੇਸਿਕ ਮੁੱਦਾ ਹੈ। ਸੋ ਜਦ ਤੱਕ ਪੰਜਾਬੀਆਂ ਨੂੰ ਇਹਦੇ ਬਾਰੇ ਅਵੇਅਰਨੈਸ ਨਹੀਂ ਆਊਗੀ ਵੀ ਕਿਵੇਂ ਆਪਣੇ ਮਸਲੇ ਹੱਲ ਹੋਣਗੇ, ਤਾਂ ਉਹ ਹੱਲ ਕਰਨ ਖਾਤਰ ਤੁਰਨਗੇ ਕਿਵੇਂ। ਮਸਲੇ ਹੱਲ ਵਿਧਾਨ ਸਭਾ ਦੇ ਵਿੱਚ ਹੋਣੇ ਆ। ਸੋ ਮੈਂ ਇਹ ਕਹੂੰਗਾ ਵੀ ਇਹਦੇ ਬਾਰੇ ਜਾਗਰਤੀ ਕਰਨੀ ਚਾਹੀਦੀ ਆ ਵੱਧ ਤੋਂ ਵੱਧ। ਤੇ ਜੇ ਕਰਨਵੀਰ ਜੀ 1 ਮਿੰਟ ਹੋਵੇ, ਮੈਂ ਇੱਕ ਛੋਟਾ ਜਿਹਾ ਹੋਰ ਦੱਸਦਾ ਵੀ ਉੱਥੇ ਕਮੇਟੀਆਂ ਵੀ ਬਣਾਈਆਂ ਜਾਂਦੀਆਂ ਵਿਧਾਨ ਸਭਾ ਦੇ ਵਿੱਚ, ਤੇ ਉਹਦੇ ਵਿੱਚ ਸਪੈਸ਼ਲ ਭੱਤੇ ਮਿਲਦੇ ਆ ਜਿਹੜੇ ਕਮੇਟੀ ਦੇ ਵਿੱਚ ਹੁੰਦੇ ਆ। ਤੇ ਪਰ ਉਹ ਕਮੇਟੀਆਂ ਦੀ ਰਿਪੋਰਟ ਮੈਂ ਪੜ੍ਹ ਰਿਹਾ ਸੀ, ਤੇ ਉਹ ਵੀ ਬਸ ਕਾਰਵਾਈ ਪਾਈ ਜਾਂਦੀ ਆ। ਮੈਂ 2010 ਦੇ ਵਿੱਚ ਪਾਣੀ ਦੇ ਜਿਹੜਾ ਪੱਧਰ ਆ ਪੰਜਾਬ ਦੇ ਵਿੱਚ ਥੱਲੇ ਗਿਆ, ਉਹ ਤੇ ਕੰਮ ਕਰਦਾ ਹੁੰਦਾ ਸੀ, ਤੇ 20 ਆ ਗਿਆ। ਉਹ ਮੈਂ ਕਮੇਟੀ ਦੀ ਰਿਪੋਰਟ ਪੜ੍ਹੀ, ਤੇ ਉਹ ਜਿਹੜਾ ਕੁਝ ਉਦੋਂ ਸੀ ਉਹੀ ਹੁਣ ਪੇਸ਼ ਕਰਤਾ ਉਹਨਾਂ ਨੇ, ਕੋਈ ਨਵਾਂ ਨਹੀਂ ਆਇਆ। ਜੀ 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 ਜੀ, ਉਹ ਇਹਨਾਂ ਕਾਪੀ ਪੇਸਟ ਕਰੀ ਜਾਂਦੇ ਨੇ ਨਵਾਂ। ਜੀ, ਆਪਾਂ ਜ਼ਰੂਰ ਨਾ ਪੰਜਾਬ ਦੇ ਪਾਣੀਆਂ ਬਾਰੇ ਜ਼ਰੂਰ ਆਪਾਂ ਡੈਪਥ ਦੇ ਵਿੱਚ ਗੱਲ ਕਰਾਂਗੇ, ਔਰ ਸਾਡੇ ਜਿਹੜੇ ਦਰਸ਼ਕ ਨੇ, ਸਰੋਤੇ ਨੇ, ਉਹਨਾਂ ਨੂੰ ਜਾਣਕਾਰੀ ਦੇਵਾਂਗੇ ਵੀ ਪੰਜਾਬ ਦਾ ਪਾਣੀ ਜਿਹੜਾ ਬਚਾਉਣਾ ਕਿਉਂ ਜ਼ਰੂਰੀ ਹੈ, ਕਿਉਂ ਇੰਨੇ ਸਾਰੇ ਜਿਹੜੇ ਲੋਕੀ ਨੇ, ਜਿਹੜੀਆਂ ਸੰਸਥਾਵਾਂ ਨੇ ਇਹਦੇ ਮਗਰ ਲੱਗੀਆਂ ਹੋਈਆਂ ਨੇ ਵੀ ਕਿਸੇ ਤਰੀਕੇ ਨਾਲ ਅਸੀਂ ਪੰਜਾਬ ਦੇ ਪਾਣੀ ਨੂੰ ਗੰਧਲੇ ਹੋਣੋਂ ਜਾਂ ਘੱਟ ਹੋਣੋਂ ਕਿਸੇ ਤਰੀਕੇ ਨਾਲ ਬਚਾ ਲਈਏ। ਸੋ ਅੱਜ ਦੇ ਪ੍ਰੋਗਰਾਮ ਨੂੰ ਕਰਦੇ ਹਾਂ ਸਮਾਪਤ। ਅਗਲੇ ਵੀਕ ਤੱਕ ਲਈ ਤੁਹਾਡੇ ਸਾਰਿਆਂ ਤੋਂ ਲੈਂਦੇ ਹਾਂ ਇਜਾਜ਼ਤ। ਧੰਨਵਾਦ ਤੁਹਾਡਾ ਪ੍ਰੋਗਰਾਮ ਦੇਖਣ ਦੇ ਲਈ। ਅਗਲੇ ਪ੍ਰੋਗਰਾਮ ਤੱਕ ਲਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।